ਫਿਰਤ ਪ੍ਰਭ ਆਇਆ, ਕਰਿਆ ਤੋ ਸਰਨਾਏ। ਨਾਨਕ ਕੀ ਸਭ ਬੇਨਤੀ, ਆਪਣੀ ਭਗਤੀ ਲਾਏ। ਕਾ ਪ੍ਰਭ ਆਰਾਧਿਆ, ਕਾ ਜਾ ਕਾ ਨਾਉ। ਨਾਨਕ ਪੂਰਾ ਪਾਇਆ, ਰੇ ਕੇ ਗੁਣ ਗਾਓ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਇਸ ਕੈ ਸੰਗ ਸਿੱਖ ਉਧਰੈ, ਨਾਨਕ ਹਰਿ ਗੁਣ ਗਾਓ। ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੇ, ਜਨਮ ਮਰਨ ਦੁਖ ਜਾਇ। ਵੈ ਸਿਫਤ ਖਸਮੰਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਪੰਜਵਾਂ। ਹਰ ਹਰ ਲੀਨੇ ਸੰਤ ਉਬਾਰ, ਹਰ ਕੇ ਦਾਸ ਕੀ ਚਿਤਵੈ ਬੁਰਿਆਈ। ਤਿਸ ਹੀ ਕੋ ਫਿਰ ਮਾਰ ਰਹਾਓ। ਜਨ ਕਾ ਆਪ ਸੁਹਾਈ ਹੋਆ, ਨਿੰਦਕ ਭਾਗੇ ਹਾਰ। ਪਰਮਤ ਪਰਮਤ ਵਾਹੀ ਮੁਏ, ਬਹੁੜ ਗ੍ਰਹਿ ਨਾਮ ਜਾਰ। ਹਰ ਹਰ ਲੀਨੇ ਸੰਤ ਉਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਮਹਾਰਾਜ ਸਾਹਿਬ ਜੀਆਂ ਨੇ ਅੰਮ੍ਰਿਤ ਵੇਲੇ ਦੇ ਇਹ ਸੁਭਾਗੇ ਸਮੇਂ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਸਤਿਗੁਰਾਂ ਦੀ ਪਵਿੱਤਰ ਬਾਣੀ ਨਿਤਨੇਮ ਦੇ ਰੂਪ ਦੇ ਵਿੱਚ ਉਪਰੰਤ ਆਸਾ ਦੀ ਵਾਰ ਦੇ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤੇ। ਗੁਰੂ ਘਰ ਦੀ ਮਰਿਆਦਾ ਮੁਤਾਬਕ ਰੋਜ਼ ਦੇ ਨਿਤਨੇਮ ਤੋਂ ਉਪਰੰਤ ਇਸ ਵੇਲੇ ਆਪਾਂ ਸਤਿਗੁਰਾਂ ਦੀ ਜੋ ਗੁਰਬਾਣੀ ਹੈ, ਇਸ ਦੀ ਲੜੀਵਾਰ ਆਪਾਂ ਕਥਾ ਸ਼ਬਦਦਾਰ ਸ਼ਬਦ ਸਰਵਣ ਕਰ ਰਹੇ ਹਾਂ। ਗੁਰੂ ਪਾਤਸ਼ਾਹ ਨੇ ਮਿਹਰ ਕੀਤੀ ਹੈ, ਇਸ ਗੁਰਬਾਣੀ ਨੂੰ ਸਰਵਣ ਕਰਨ ਵਾਸਤੇ ਇਹ ਸਾਨੂੰ ਮਨੁੱਖਾ ਜਨਮ ਦੇ ਅੰਦਰ ਸੁਭਾਗਾ ਸਮਾਂ ਬਖਸ਼ਿਆ ਹੈ। ਆਪ ਸੰਗਤਾਂ ਸਤਿਗੁਰਾਂ ਦੀ ਗੁਰਬਾਣੀ ਕੀਰਤਨ ਔਰ ਨਿਤਨੇਮ ਦੇ ਰੂਪ ਵਿੱਚ ਸਰਵਣ ਕਰ ਰਹੇ ਸੀ। ਇਸ ਵੇਲੇ ਆਪਾਂ ਗੁਰਬਾਣੀ ਦੀ ਜੋ ਵਿਚਾਰ ਹੈ
ਉਸ ਨੂੰ ਸਰਵਣ ਕਰਾਂਗੇ। ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ ਬੜੀ ਭਾਵਨਾ ਦੇ ਨਾਲ। ਸਤਿਗੁਰਾਂ ਦੇ ਜੋ ਅੰਮ੍ਰਿਤ ਬਚਨ ਨੇ ਇਹਨਾਂ ਨੂੰ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਪੰਜਵਾਂ। ਧਨਾਸਰੀ ਰਾਗ ਦਾ ਇਹ ਸ਼ਬਦ ਹੈ ਔਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਸ਼ਬਦ ਆਪਾਂ ਨੂੰ ਬਖਸ਼ਿਸ਼ ਕਰਦੇ। ਇਹਦੇ ਪਿੱਛੇ ਜਿਹੜੀ ਉਥਾਨਕਾ ਹੈ, ਇਹ ਸ਼ਬਦ ਮਹਾਰਾਜ ਜੀਆਂ ਨੇ ਕਿਉਂ ਅਤੇ ਕਿੱਥੇ ਰਚਿਆ ਹੈ, ਉਹਦੇ ਬਾਬਤ ਵਿਦਵਾਨ ਜਨ ਇਸ ਤਰ੍ਹਾਂ ਲਿਖਦੇ ਨੇ ਕਿ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਆਪਣੇ ਪੁੱਤਰਾਂ ਦੇ ਵਿੱਚ ਫਰਕ ਕੋਈ ਨਹੀਂ ਜਾਣਿਆ, ਪਰ ਪ੍ਰਾਪਤੀ ਗੁਰਮੁਖੋ ਉਹਨਾਂ ਨੂੰ ਹੁੰਦੀ ਹੈ ਜਿਹੜੇ ਬਚਨ ਮੰਨਦੇ ਨੇ, ਜਿਹੜੇ ਕਹਿਣਾ ਮੰਨਦੇ ਨੇ। ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀਆਂ ਨੇ ਇੱਕ ਵੇਲੇ ਆਪਣੇ ਪੁੱਤਰਾਂ ਨੂੰ ਆਖਿਆ ਵੀ ਲਾਹੌਰ ਦੇ ਵਿੱਚ ਤੁਹਾਡੇ ਤਾਇਆ ਜੀ ਰਹਿੰਦੇ, ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀਆਂ ਦੇ ਵੱਡੇ ਭਰਾ। ਜਾਓ ਜਾ ਕੇ ਉਹਨਾਂ ਦੇ ਨਾਲ, ਉਹਨਾਂ ਨੇ ਘਰ ਵਿੱਚ ਪੁੱਤਰ ਦਾ ਵਿਆਹ ਰੱਖਿਆ ਤੇ ਕੰਮ ਨੂੰ ਜਾ ਕੇ ਸੰਭਾਲੋ, ਵਿਆਹ ਵੇਖੋ। ਉਸ ਵੇਲੇ ਵੱਡੇ ਦੋਨਾਂ ਪੁੱਤਰਾਂ ਨੇ ਨਾ ਕਰ ਦਿੱਤੀ, ਮਹਾਰਾਜ ਅਸੀਂ ਨਹੀਂ ਜਾ ਸਕਦੇ। ਇਤਿਹਾਸ ਬੜਾ ਲੰਬੇਰਾ ਹੈ, ਪਰ ਆਪਾਂ ਕੇਵਲ ਥੋੜ੍ਹੇ ਸਮੇਂ ਲਈ ਇਸ ਨੂੰ ਸਰਵਣ ਕਰ ਲੈਂਦੇ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਮੰਨ ਗਏ, ਬਚਨ ਕਹਿਣ ਲੱਗੇ ਠੀਕ ਹੈ ਪਿਤਾ ਸਤਿਗੁਰੂ ਅਸੀਂ ਜਾਂਦੇ ਹਾਂ, ਉਮਰਾਂ ਭਾਵੇਂ ਛੋਟੀ ਹੈ ਬਚਨ ਮੰਨਿਆ। ਲਾਹੌਰ ਚਲੇ ਗਏ, ਵਿਆਹ ਦੇ ਕਾਰਜਾਂ ਨੂੰ ਉਸ ਵੇਲੇ ਸਾਰਿਆਂ ਨੂੰ ਵੇਖਿਆ, ਨਾਲ ਲੱਗ ਕੇ ਸਾਰੇ ਕੰਮ ਕਰਵਾਏ। ਫਿਰ ਕੁਝ ਸਮਾਂ ਆਪਣੀ ਧਰਮਸਾਲ ਜਿਹੜੀ ਲਾਹੌਰ ਵਿੱਚ ਬਣੀ ਹੋਈ ਸੀ ਉੱਥੇ ਬੈਠੇ ਰਹੇ। ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਇਸ ਬਚਨ ਨੂੰ ਵੇਖ ਕੇ ਵੀ ਇਹਨਾਂ ਨੇ ਸਾਡਾ ਹੁਕਮ ਮੰਨਿਆ, ਕਹਿਣਾ ਮੰਨਿਆ, ਖੁਸ਼ ਹੋ ਗਏ। ਗੁਰਤਾ ਗੱਦੀ ਜਿਹੜੀ ਹੈ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਬਖਸ਼ਿਸ਼ ਕਰ ਦਿੱਤੀ। ਜਿਸ ਵੇਲੇ ਗੁਰਤਾ ਗੱਦੀ ਛੋਟੇ ਭਰਾ ਨੂੰ ਮਿਲੀ ਹੈ ਤੇ ਬਾਬਾ ਪ੍ਰਿਥੀ ਚੰਦ ਜਿਹੜੇ ਵੱਡੇ ਪੁੱਤਰ ਸਨ ਮਹਾਰਾਜ ਦੇ, ਬੜੇ ਔਖੇ ਹੋਏ, ਬੜੇ ਗੁੱਸੇ ਵਿੱਚ ਆਏ। ਕਹਿਣ ਲੱਗੇ ਕਿ ਵੱਡਾ ਮੈਂ ਹਾਂ ਤੇ ਇਹ ਵੱਡੇ ਨੂੰ ਦਾਤ ਮਿਲਦੀ ਹੈ। ਗੁਰਮੁਖੋ ਉਹਨਾਂ ਸਮਿਆਂ ਵਿੱਚ ਜਿਹੜੇ ਰਾਜੇ ਮਹਾਰਾਜੇ ਹੋਇਆ ਕਰਦੇ ਸਨ, ਉਹ ਆਪਣਾ ਰਾਜ ਭਾਗ ਆਪਣੇ ਵੱਡੇ ਪੁੱਤਰ ਨੂੰ ਦਿੰਦੇ, ਇਹ ਛੋਟੇ ਨੂੰ ਸਹਾਇਕ ਬਣਾ ਦਿੰਦੇ। ਇਸੇ ਤਰ੍ਹਾਂ ਇਹ ਪ੍ਰਿਥੀ ਚੰਦ ਵੀ ਚਾਹੁੰਦਾ ਵੀ ਰਾਜ ਭਾਗ ਇਹ ਗੁਰਤਾ ਗੱਦੀ ਮੈਨੂੰ ਮਿਲੇ, ਮੈਂ ਵੱਡਾ ਹਾਂ। ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ ਪੁੱਤਰ ਗੁਰੂ ਘਰ ਦੇ ਵਿੱਚ ਵੱਡੇ ਛੋਟੇ ਦੀ ਗੱਲ ਕੋਈ ਨਹੀਂ ਹੈ, ਇੱਥੇ ਤੇ ਸੇਵਾਦਾਰ ਨੂੰ ਮਾਣ ਮਿਲਦਾ। ਵੇਖ ਗੁਰੂ ਨਾਨਕ ਸਾਹਿਬ ਨੇ ਗੁਰਤਾ ਗੱਦੀ ਜਿਹੜੀ ਹੈ ਬਾਬਾ ਸ਼੍ਰੀ ਚੰਦ ਨੂੰ ਨਹੀਂ ਦਿੱਤੀ ਹੈ, ਭਾਈ ਲਹਿਣਾ ਸਾਹਿਬ ਜੀ ਨੂੰ ਦੇ ਕੇ ਗੁਰੂ ਬਣਾ ਕੇ ਗੁਰੂ ਅੰਗਦ ਸਾਹਿਬ ਥਾਪਿਆ। ਵੇਖ ਪੁੱਤਰ ਗੁਰੂ ਅੰਗਦ ਸਾਹਿਬ ਜੀਆਂ ਨੇ ਵੀ ਗੁਰਤਾ ਗੱਦੀ ਜਿਹੜੀ ਹੈ ਬਾਬਾ ਦਾਤੂ ਜੀ ਵੱਡੇ ਸਨ ਉਹਨਾਂ ਨੂੰ ਨਹੀਂ ਦਿੱਤੀ ਹੈ, ਉਹਨਾਂ ਨੇ ਗੁਰਤਾ ਗੱਦੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਬਖਸ਼ੀ ਹੈ। ਔਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੇਰੇ ਨਾਨਾ ਜੀ ਲੱਗਦੇ, ਵੇਖ ਤੇਰੇ ਨਾਨਾ ਜੀ ਨੇ ਵੀ ਗੁਰਤਾ ਗੱਦੀ ਤੇਰੇ ਮਾਮੇ ਨੂੰ ਯਾਨੀ ਕਿ ਆਪਣੇ ਪੁੱਤਰ ਬਾਬਾ ਮੋਹਨ ਜੀ ਵੱਡੇ ਸਨ ਉਹਨਾਂ ਨੂੰ ਨਹੀਂ ਦਿੱਤੀ ਹੈ, ਆਪਣੇ ਦਾਸ ਨੂੰ ਮੈਨੂੰ ਇਹ ਸੇਵਾ ਦੇ ਕੇ ਨਵਾਜਿਆ। ਇਹ ਗੁਰੂ ਘਰ ਦੇ ਵਿੱਚ ਵੱਡੇ ਛੋਟੇ ਦੀ ਆਪਣੇ ਜਾਂ ਪਰਾਏ ਦੀ ਗੱਲ ਨਹੀਂ, ਇੱਥੇ ਤੇ ਸੇਵਾਦਾਰ ਪ੍ਰਵਾਨ ਹੁਕਮ ਮੰਨਣ ਵਾਲਾ। ਤੁਸੀਂ ਪੁੱਤਰ ਕਹਿਣਾ ਨਹੀਂ ਮੰਨਿਆ, ਤੇ ਛੋਟੇ ਨੇ ਮੰਨ ਲਿਆ ਤੇ ਉਹ ਪ੍ਰਵਾਨ ਹੋ ਗਿਆ, ਗੁਰਤਾ ਗੱਦੀ ਉਹਨੂੰ ਤਾਂ ਮਿਲੀ ਹੈ। ਹੁਣ ਬਚਨ ਤੇ ਸੱਚਾ ਸੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ, ਪਰ ਬਾਬਾ ਪ੍ਰਿਥੀ ਚੰਦ ਨੂੰ ਚੰਗਾ ਨਹੀਂ ਲੱਗਾ। ਗੁਰਤਾ ਗੱਦੀ ਹੱਥੋਂ ਜਾਂਦਿਆਂ ਵੇਖ ਕੇ ਫਿਰ ਸਤਿਗੁਰੂ ਰਾਮਦਾਸ ਦੇ ਨਾਲ ਹੀ ਝਗੜਨ ਲੱਗ ਪਿਆ। ਪੁੱਤਰ ਕਹਿਣ ਲੱਗਾ ਵੀ ਇਹ ਤੁਸੀਂ ਮੇਰੇ ਨਾਲ ਧੱਕਾ ਕੀਤਾ, ਇਹ ਠੀਕ ਨਹੀਂ ਕੀਤਾ, ਇਹ ਜੋ ਤੁਸੀਂ ਅੱਜ ਕੰਮ ਕੀਤਾ ਇਹਦਾ ਤੁਹਾਨੂੰ ਦੇਣੇ ਦੇ ਲੈਣੇ ਦੇ ਦੇਣੇ ਪੈ ਜਾਣਗੇ, ਤੁਹਾਨੂੰ ਬਹੁਤ ਵੱਡਾ ਸੰਕਟ ਆਵੇਗਾ, ਤੁਹਾਨੂੰ ਮੇਰੀ ਤਾਕਤ ਦਾ ਪਤਾ ਨਹੀਂ ਹੈ, ਤੁਹਾਨੂੰ ਮੇਰੀ ਪਹੁੰਚ ਦਾ ਪਤਾ ਨਹੀਂ ਹੈ।
ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ ਇਹ ਪਹੁੰਚ ਦੀਆਂ ਗੱਲਾਂ ਸੰਸਾਰ ਦੀਆਂ ਨੇ, ਪਰ ਇਹ ਨਿਰੰਕਾਰੀ ਫੈਸਲਾ ਹੈ, ਇੱਥੇ ਪਹੁੰਚ ਕੁਝ ਨਹੀਂ ਕਰਦੀ ਹੈ। ਪਰ ਬਾਬਾ ਪ੍ਰਿਥੀ ਚੰਦ ਜੀ ਕਹਿਣ ਲੱਗੇ ਮੇਰੇ ਕੋਲ ਬਹੁਤ ਜ਼ਿਆਦੀ ਮਾਇਆ ਹੈ, ਬੜਾ ਧਨ ਪਦਾਰਥ ਹੈ, ਮੈਂ ਇਹ ਗੁਰਤਾ ਗੱਦੀ ਖੋਹ ਕੇ ਲੈ ਕੇ ਵਿਖਾਵਾਂਗਾ। ਇਸ ਤਰ੍ਹਾਂ ਨਾਰਾਜ਼ ਹੋ ਗਏ, ਆਪਣੇ ਘਰੇ ਚਲੇ ਗਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜੋਤੀ ਜੋਤ ਸਮਾ ਗਏ। ਬਾਬਾ ਪ੍ਰਿਥੀ ਚੰਦ ਜੀਆਂ ਨੇ ਬਹੁਤ ਵੈਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨਾਲ ਕੀਤਾ, ਪਰ ਜਦੋਂ ਕਿਸੇ ਪਾਸਿਓਂ ਵੀ ਗੱਲ ਮੁਕੰਮਲ ਨਹੀਂ ਨਾ ਹੋਈ ਤੇ ਫਿਰ ਜਿਹੜਾ ਇਹਨੇ ਬਚਨ ਕੀਤਾ ਸੀ ਨਾ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਵੀ ਮੇਰੀ ਬੜੀ ਪਹੁੰਚ ਹੈ, ਮੇਰੀ ਬੜੀ ਗੱਲ ਮੰਨੀ ਜਾਂਦੀ ਹੈ, ਫਿਰ ਇਹ ਦਿੱਲੀ ਚਲਾ ਗਿਆ। ਦਿੱਲੀ ਦਰਬਾਰ ਦੇ ਵਿੱਚ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਦੇ ਵਿੱਚ ਇੱਕ ਸੈਨਾਪਤੀ ਹੈ, ਫੌਜ ਦਾ ਕੋਈ ਕਮਾਂਡਰ ਹੈ, ਨਾਮ ਹੈ ਸੁਲਹੀ ਖਾਨ। ਉਹਨੂੰ ਜਾ ਕੇ ਆਪਣਾ ਦੁੱਖ ਦੱਸਿਆ ਕਿ ਮੇਰਾ ਛੋਟਾ ਭਰਾ ਗੁਰਤਾ ਗੱਦੀ ਤੇ ਧੱਕੇ ਨਾਲ ਬੈਠ ਗਿਆ, ਇਹ ਮੈਨੂੰ ਮਿਲਣੀ ਚਾਹੀਦੀ ਹੈ। ਤੂੰ ਮੇਰਾ ਮਿੱਤਰ ਹੈ, ਤੇਰੇ ਕੋਲ ਤਾਕਤ ਹੈ, ਮੇਰੇ ਭਰਾ ਨੂੰ ਗ੍ਰਿਫਤਾਰ ਕਰੋ, ਮੈਨੂੰ ਗੁਰਤਾ ਗੱਦੀ ਤੇ ਬਿਠਾ ਦਿਓ। ਸੁਲਹੀ ਖਾਨ ਕਹਿਣ ਲੱਗਾ ਠੀਕ ਹੈ, ਇਹ ਮੇਰੇ ਵਾਸਤੇ ਕੋਈ ਬਹੁਤਾ ਵੱਡਾ ਕੰਮ ਨਹੀਂ, ਨਿੱਕਾ ਜਿਹਾ ਹੀ ਕੰਮ ਹੈ। ਜਦੋਂ ਮੈਂ ਕਿਤੇ ਦਿੱਲੀੋਂ ਚੱਲ ਕੇ ਲਾਹੌਰ ਨੂੰ ਜਾਵਾਂਗਾ ਤੂੰ ਮੈਨੂੰ ਯਾਦ ਕਰਵਾਈ, ਮੈਂ ਜਾਂਦਿਆਂ ਰਸਤੇ ਵਿੱਚ ਤੇਰਾ ਕੰਮ ਕਰ ਜਾਵਾਂਗਾ। ਪ੍ਰਿਥੀ ਚੰਦ ਨੇ ਉਸ ਵੇਲੇ ਹਾਂ ਦੇ ਵਿੱਚ ਹਾਂ ਮਿਲਾਈ ਹੈ। ਕੋਈ ਸਮਾਂ ਲੰਘਿਆ ਤੇ ਕਹਿਣ ਲੱਗੇ ਸੁਲਹੀ ਖਾਨ ਆਪਣੀ ਫੌਜ ਦਾ ਦਸਤਾ ਲੈ ਕੇ ਦਿੱਲੀੋਂ ਚੱਲਿਆ। ਜਦੋਂ ਪ੍ਰਿਥੀ ਚੰਦ ਨੂੰ ਪਤਾ ਲੱਗਾ ਤੇ ਅੱਗੋਂ ਲੈਣ ਵਾਸਤੇ ਗਿਆ, ਨਾਲੇ ਬਚਨ ਚੇਤੇ ਕਰਾਉਣਾ ਸੀ। ਸੁਲਹੀ ਖਾਨ ਨੂੰ ਆਪਣੇ ਘਰ ਲੈ ਗਿਆ, ਪ੍ਰਸ਼ਾਦੇ ਪਾਣੀ ਦੀ ਸੇਵਾ, ਕੁਝ ਮਾਇਆ ਵੀ ਦਿੱਤੀ ਆਪਣੇ ਵੱਲੋਂ, ਗੁਰੂ ਬਣ ਕੇ ਇਹਨੇ ਸਿਰੋਂ ਪਾਓ ਵੀ ਦਿੱਤੇ। ਸੁਲਹੀ ਖਾਨ ਨੂੰ ਬੜਾ ਖੁਸ਼ ਕੀਤਾ ਤੇ ਇਹ ਖਬਰਾਂ ਜਿਹੜੀਆਂ ਸਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤੱਕ ਪਹੁੰਚ ਗਈਆਂ ਕਿ ਮਹਾਰਾਜ ਤੁਹਾਡੇ ਵੱਡੇ ਭਰਾ ਸੁਲਹੀ ਖਾਨ ਨੂੰ ਲੈ ਕੇ ਆ ਗਏ ਨੇ ਤੁਹਾਡੇ ਤੇ ਚੜਾ ਕੇ, ਤੇ ਕੋਈ ਇਹਦਾ ਯਤਨ ਕਰਨਾ ਚਾਹੀਦਾ। ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਯਤਨ ਹੋ ਜਾਏਗਾ, ਨਿਰੰਕਾਰ ਪਰਮੇਸ਼ਰ ਆਪੇ ਕਿਰਪਾ ਕਰਨਗੇ। ਤੋ ਇੱਕ ਦਿਨ ਕੀ ਹੋਇਆ, ਬਾਬਾ ਪ੍ਰਿਥੀ ਚੰਦ ਜੀ ਸੁਲਹੀ ਖਾਨ ਨੂੰ ਆਪਣਾ ਕੰਮ ਕਾਜ ਵਿਖਾਉਣ ਵਾਸਤੇ, ਆਪਣਾ ਕੋਈ ਮਿੱਤਰ ਆ ਜਾਵੇ ਨਾ ਪੁਰਾਣਾ ਕੋਈ, ਤੇ ਆਮ ਹੀ ਲੋਕ ਆਪਣੇ ਮਿੱਤਰ ਨੂੰ ਕੰਮ ਕਾਜ ਵਿਖਾਉਂਦੇ ਵੀ ਆਹ ਵੇਖ ਮੇਰੇ ਇੰਨੇ ਖੇਤ ਬਣਾ ਲਏ, ਇੰਨੀਆਂ ਮੈਂ ਫੈਕਟਰੀਆਂ ਲਾ ਲਈਆਂ, ਇੰਨਾ ਮੈਂ ਕੰਮ ਵਧਾ ਲਿਆ। ਇਸੇ ਤਰਜ਼ ਤੇ ਬਾਬਾ ਪ੍ਰਿਥੀ ਚੰਦ ਵੀ ਸੁਲਹੀ ਖਾਨ ਨੂੰ ਆਪਣੇ ਆਵੇ ਜਿਹੜੇ ਇੱਟਾਂ ਦੇ ਭੱਠੇ ਲਾਏ ਹੋਏ ਸਨ ਵਿਖਾਉਣ ਵਾਸਤੇ ਚੱਲ ਪਿਆ ਵੀ ਚੱਲ ਤੇਰੇ ਮਿੱਤਰ ਦੇ ਵੇਖ ਇੱਟਾਂ ਦੇ ਭੱਠੇ ਲੱਗੇ, ਮੈਂ ਤੈਨੂੰ ਵਿਖਾ ਕੇ ਲਿਆਵਾਂ। ਜਦੋਂ ਇੱਟਾਂ ਦੇ ਭੱਠੇ ਵੇਖਣ ਵਾਸਤੇ ਸੁਲਹੀ ਖਾਨ ਗਿਆ, ਘੋੜਾ ਕਹਿਣ ਲੱਗੇ ਡਰ ਗਿਆ ਤੇ ਬਲਦੇ ਹੋਏ ਭੱਠ ਦੇ ਵਿੱਚ ਸੁਲਹੀ ਖਾਨ ਘੋੜੇ ਦੇ ਸਮੇਤ ਡਿੱਗਾ ਤੇ ਮਰ ਗਿਆ। ਜਦੋਂ ਸੁਲਹੀ ਖਾਨ ਮਰਿਆ ਉਸ ਵੇਲੇ ਇਹ ਖਬਰ ਜਿਹੜੀ ਹੈ ਕਿਸੇ ਸਿੱਖ ਦੇ ਰਾਹੀਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪਤਾ ਲੱਗੀ ਅੰਮ੍ਰਿਤਸਰ ਦੀ ਧਰਤੀ ਤੇ, ਮਹਾਰਾਜ ਸੁਲਹੀ ਖਾਨ ਮਰ ਗਿਆ ਹੈ ਅੱਗ ਦੇ ਵਿੱਚ ਸੜ ਕੇ। ਜਦੋਂ ਇਹ ਬਚਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੁਣੇ ਤੇ ਪਾਤਸ਼ਾਹ ਫਿਰ ਇਹ ਜਿਹੜਾ ਸ਼ਬਦ ਆਪਾਂ ਸਰਵਣ ਕਰਨ ਜਾ ਰਹੇ ਹਾਂ, ਇਹ ਸ਼ਬਦ ਮਹਾਰਾਜ ਜੀਆਂ ਨੇ ਉਸ ਵੇਲੇ ਬਖਸ਼ਿਆ ਹੈ। ਹਰ ਹਰ ਲੀਨੇ ਸੰਤ ਬਾਰ। ਸਤਿਗੁਰੂ ਕਹਿਣ ਲੱਗੇ ਹਰੀ ਹਰ ਪਰਮੇਸ਼ਰ ਨੇ ਆਪਣੇ ਸੰਤਾਂ ਨੂੰ ਉਬਾਰ ਕੇ ਬਚਾ ਲਿਆ ਹੈ। ਸੁਲਹੀ ਖਾਨ ਆਇਆ ਤੇ ਚੜ੍ਹ ਕੇ ਸੀ, ਸਾਡਾ ਵੱਡਾ ਭਰਾ ਪ੍ਰਿਥੀ ਚੰਦ ਲੈ ਕੇ ਆਇਆ ਸਾਡੇ ਉਲਟ ਉਸ ਨੂੰ, ਸਾਨੂੰ ਕੈਦ ਕਰਨ ਵਾਸਤੇ, ਮਰਵਾਉਣ ਵਾਸਤੇ, ਪਰ ਪਰਮੇਸ਼ਰ ਨੇ ਐਸੀ ਕਿਰਪਾ ਕੀਤੀ ਹੈ। ਹਰ ਹਰ ਲੀਨੇ ਸੰਤ ਉਬਾਰ, ਹਰੀ ਹਰ ਪਰਮੇਸ਼ਰ ਨੇ ਆਪਣੇ ਸੰਤਾਂ ਨੂੰ ਉਬਾਰ ਲਿਆ ਹੈ, ਬਚਾ ਲਿਆ ਹੈ। ਬਚਨ ਵੀ ਮਹਾਰਾਜ ਨੇ ਬਖਸ਼ਿਆ, ਸੁਲਹੀ ਤੇ ਨਾਰਾਇਣ ਰਾਖ। ਇਹ ਬਚਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਮਹਾਰਾਜ ਨੇ ਲਿਖਿਆ। ਸੁਲਹੀ ਖਾਨ ਫਿਰ ਇਸ ਤਰ੍ਹਾਂ ਮਰਿਆ ਤੇ ਸਤਿਗੁਰਾਂ ਨੇ ਇੱਥੇ ਆਪਣੇ ਆਪ ਨੂੰ ਸੰਤ ਸ਼ਬਦ ਦੇ ਨਾਲ ਸੰਬੋਧਨ ਕੀਤਾ। ਹਰ ਹਰ ਲੀਨੇ ਸੰਤ ਉਬਾਰ, ਹਰੀ ਹਰ ਪਰਮੇਸ਼ਰ ਨੇ ਸੰਤ ਸਰੂਪ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਰੱਖਿਆ ਤੇ ਬਚਾ ਕੀਤਾ, ਦੁਸ਼ਮਣ ਦਾ ਨਾਸ ਕੀਤਾ ਹੈ।
ਮਹਾਰਾਜ ਫਿਰ ਬਖਸ਼ਿਸ਼ ਕਰਦੇ ਹਨ। ਹਰ ਹਰ ਲੀਨੇ ਸੰਤ ਉਬਾਰ। ਜਿਹੜੇ ਸੰਤ ਬਣ ਜਾਂਦੇ ਨੇ ਨਾ, ਸ਼ਾਂਤ ਚਿੱਤ ਹੋ ਜਾਂਦੇ, ਬਾਣੀ ਪੜ੍ਹਦੇ, ਸਿਮਰਨ ਕਰਦੇ, ਨਾਮ ਜਪਦੇ, ਜਿਹੜੇ ਐਸੇ ਸੰਤ ਨੇ ਉਹਨਾਂ ਦਾ ਪ੍ਰਮਾਤਮਾ ਵਾਲ ਵੀ ਵਿੰਗਾ ਨਹੀਂ ਹੋਣ ਦਿੰਦਾ, ਉਹਨਾਂ ਦੀ ਹਰ ਥਾਂ ਤੇ ਰੱਖਿਆ ਕਰਦਾ ਹੈ। ਸਾਡੇ ਸਾਹਮਣੇ ਸਾਖੀਆਂ ਬੇਅੰਤ ਨੇ, ਜਿਵੇਂ ਭਗਤ ਕਬੀਰ ਜੀਆਂ ਨੂੰ ਚੱਲਦੇ ਹੋਏ ਪਾਣੀ ਦੇ ਵਿੱਚ ਬੰਨ੍ਹ ਕੇ ਸੁੱਟਿਆ ਗਿਆ, ਕਦੇ ਹਾਥੀ ਦੇ ਅੱਗੇ ਸੁੱਟਿਆ ਗਿਆ, ਭਗਤ ਨਾਮਦੇਵ ਜੀ ਨੂੰ ਕਰੜੀਆਂ ਸਜ਼ਾਵਾਂ ਦਿੱਤੀਆਂ ਗਈਆਂ, ਭਗਤ ਪ੍ਰਹਿਲਾਦ ਵਰਗਿਆਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਮਹਾਰਾਜ ਕਹਿਣ ਲੱਗੇ ਜਿਹੜੇ ਐਸੇ ਸੰਤ ਬਣ ਜਾਂਦੇ ਨਾ ਗੁਰਮੁਖੋ, ਉਹਨਾਂ ਨੂੰ ਪ੍ਰਮਾਤਮਾ ਆਪ ਹੀ ਹੱਥ ਦੇ ਕੇ ਰੱਖ ਲੈਂਦਾ ਹੈ। ਬਾਲ ਨਾ ਬਾਂਕਾ ਕਰ ਸਕੈ ਜੋ ਸਭ ਜਗ ਵੈਰੀ ਹੋਏ, ਭਾਵੇਂ ਸਾਰੀ ਦੁਨੀਆ ਡੰਡਾ ਸੋਟਾ ਲੈ ਕੇ ਵੈਰੀ ਕਿਉਂ ਨਾ ਬਣ ਜਾਵੇ, ਜਿਹਦੀ ਰੱਖਿਆ ਪ੍ਰਮਾਤਮਾ ਕਰੇ ਉਹਦਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਐਸਾ ਹੈ, ਪਰਮਾਤਮਾ ਦਾ ਹੁਕਮ, ਪਰਮਾਤਮਾ ਦੀ ਕਿਰਪਾ, ਉਹਦੀ ਬਖਸ਼ਿਸ਼। ਇੱਕ ਉਦਾਹਰਨ ਦਿੱਤੀ ਮਹਾਰਾਜ ਜੀਆਂ ਨੇ ਸਹਿਸਕ੍ਰਿਤੀ ਬਾਣੀ ਵਿੱਚ, ਕਹਿਣ ਲੱਗੇ ਮ੍ਰਿਗੀ ਪੇਖੰਤ ਬੱਧਕ, ਬੜਾ ਸੋਹਣਾ ਸ਼ਲੋਕ ਮਹਾਰਾਜ ਨੇ ਬਖਸ਼ਿਆ। ਕਹਿਣ ਲੱਗੇ ਕੋਈ ਸ਼ਿਕਾਰੀ ਹਿਰਨੀ ਦਾ ਸ਼ਿਕਾਰ ਕਰਨ ਚਲਾ ਗਿਆ, ਜਦੋਂ ਹਿਰਨੀ ਨੇ ਵੇਖਿਆ ਵੀ ਮੈਂ ਹੁਣ ਬਚ ਨਹੀਂ ਸਕਦੀ, ਤੇ ਉਹਨੇ ਪ੍ਰਮਾਤਮਾ ਨੂੰ ਯਾਦ ਕੀਤਾ, ਅਕਾਲ ਪੁਰਖ ਮਿਹਰ ਕਰ, ਇਸ ਵੇਲੇ ਤੇਰੇ ਬਿਨਾਂ ਮੇਰੀ ਰੱਖਿਆ ਕੋਈ ਨਹੀਂ ਕਰ ਸਕਦਾ। ਤੇ ਪ੍ਰਮਾਤਮਾ ਨੇ ਇਹੋ ਜਿਹਾ ਕੌਤਕ ਵਰਤਾਇਆ, ਜਿੰਨੇ ਉਸਨੇ ਰੁਕਾਵਟਾਂ ਲਾਈਆਂ ਸਨ ਸਾਰੀਆਂ ਰੁਕਾਵਟਾਂ ਪਰੇ ਹੋ ਗਈਆਂ, ਟੁੱਟ ਗਈਆਂ, ਹਿਰਨੀ ਦੀ ਜਾਨ ਬਚ ਗਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਐਸਾ ਉਹ ਪ੍ਰਮਾਤਮਾ ਹੈ ਜਿਹੜਾ ਉਹਦੀ ਸ਼ਰਨ ਵਿੱਚ ਚਲੇ ਜਾਂਦਾ ਹੈ, ਉਸ ਸੰਤ ਦੀ, ਭਗਤ ਦੀ, ਜੀਵ ਦੀ ਉਹ ਆਪ ਰੱਖਿਆ ਕਰਦਾ, ਉਹਨਾਂ ਨੂੰ ਬਚਾ ਲੈਂਦਾ ਹੈ। ਹਰ ਕੇ ਦਾਸ ਕੀ ਚਿਤਵੈ ਬੁਰਿਆਈ। ਜਿਹੜਾ ਕੋਈ ਵਿਅਕਤੀ ਰੱਬ ਦੇ ਦਾਸ ਦੀ ਬੁਰਿਆਈ ਸੋਚਦਾ ਹੈ ਵੀ ਆਹ ਰੱਬ ਦਾ ਭਗਤ ਤੇ ਹੈ, ਆਹ ਗੁਰੂ ਕਾ ਸਿੱਖ ਤੇ ਹੈ, ਮੈਂ ਇਹਦਾ ਬੁਰਾ ਕਰਨਾ ਹੈ, ਮੈਂ ਇਹਦਾ ਮਾੜਾ ਕਰਨਾ ਹੈ, ਜਿਹੜੇ ਲੋਕ ਰੱਬ ਦੇ ਭਗਤ ਦਾ ਮਾੜਾ ਕਰਨ ਬਾਰੇ ਸੋਚਦੇ, ਦੁੱਖ ਦੇਣ ਬਾਰੇ ਸੋਚਦੇ ਹਨ, ਤਿਸਹੀ ਕੋ ਫਿਰ ਮਾਰ। ਉਲਟਾ ਸਗੋਂ ਉਸ ਨੂੰ ਹੀ ਮਾਰ ਪੈਂਦੀ ਹੈ। ਜਿਹੜਾ ਰੱਬ ਦੇ ਭਗਤ ਦੀ ਬੁਰਿਆਈ ਸੋਚ ਕੇ ਤੁਰ ਪੈਂਦਾ ਹੈ, ਉਲਟਾ ਕਹਿਣ ਲੱਗੇ ਉਹ ਆਪ ਹੀ ਸਗੋਂ ਉਸ ਬੁਰਿਆਈ ਦਾ ਸ਼ਿਕਾਰ ਬਣ ਜਾਂਦਾ ਹੈ, ਉਲਟਾ ਆਪ ਹੀ ਫਿਰ ਉਹ ਮਰ ਜਾਂਦਾ ਹੈ, ਉਲਟੀ ਸਗੋਂ ਉਸ ਤੇ ਬਿਪਤਾ ਆ ਕੇ ਪੈਂਦੀ ਹੈ। ਜਿਹੜਾ ਰੱਬ ਦੇ ਭਗਤ ਦੀ, ਸੰਤ ਦੀ ਮਾੜੀ ਸੋਚ ਕੇ ਚੱਲਦਾ ਹੈ ਵੀ ਸੰਤ ਨੂੰ ਮੈਂ ਮਾਰ ਦੇਣਾ ਹੈ, ਕਹਿਣ ਲੱਗੇ ਉਸ ਵਿਅਕਤੀ ਦੇ ਉੱਪਰ ਸਗੋਂ ਆਪਣੇ ਤੇ ਹੀ ਮਾਰ ਪੈਂਦੀ ਹੈ, ਆਪਣੇ ਆਪ ਨੂੰ ਹੀ ਦੁੱਖ ਮਿਲਦਾ ਹੈ। ਰਹਾਉ ਜਨ ਕਾ ਆਪ ਸਹਾਈ ਹੋਆ। ਪਰਮੇਸ਼ਰ ਐਸੀ ਕਿਰਪਾ ਕਰਦੇ ਆਪਣੇ ਜਨਾਂ ਦੀ, ਭਗਤਾਂ ਦੀ, ਉਹ ਆਪ ਸਹਾਇਤਾ ਕਰਦੇ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੈ, ਜਿੱਥੇ ਕੋਈ ਨਹੀਂ ਨਾ ਹੁੰਦਾ ਪਰਮਾਤਮਾ ਉੱਥੇ ਆਪ ਅੱਗੇ ਹੋ ਜਾਂਦਾ ਹੈ, ਆਪ ਖੜ ਜਾਂਦਾ ਹੈ, ਮੋਢੇ ਨਾਲ ਮੋਢਾ ਜੋੜ ਕੇ। ਫਿਰ ਉਹ ਤੱਤੀ ਵਾਹ ਨਹੀਂ ਲੱਗਣ ਦਿੰਦਾ, ਤਾਤੀ ਵਾਹ ਉਹ ਨਾ ਲੱਗੇ ਹੀ ਪਾਰ ਬ੍ਰਹਮ। ਐਸੀ ਦਾਤ ਉਹਨਾਂ ਗੁਰਮੁਖਾਂ ਨੂੰ ਭਾਈ ਪ੍ਰਾਪਤ ਹੋ ਜਾਂਦੀ ਹੈ ਜਿਹੜੇ ਗੁਰਮੁਖ ਉਹਦੇ ਦਾਸ ਬਣ ਜਾਂਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਨ ਕਾ ਆਪ ਸਹਾਈ ਹੋਆ, ਆਪਣੇ ਜਨਾਂ ਦਾ, ਭਗਤਾਂ ਦਾ, ਗੁਰਮੁਖਾਂ ਦਾ ਉਹ ਹਰ ਵੇਲੇ ਸਹਾਇਤਾ ਕਰਦਾ ਹੈ, ਹਰ ਵੇਲੇ ਉਹਨਾਂ ਦੇ ਕੋਲ ਖੜ ਜਾਂਦਾ ਹੈ। ਨਿੰਦਕ ਭਾਗੇ ਹਾਰ। ਜਿਹੜੇ ਲੋਕ ਨਿੰਦਿਆ ਕਰਨ ਵਾਲੇ ਨੇ ਰੱਬ ਦੇ ਭਗਤ ਦੀ ਵੀ ਆਹ ਬੜਾ ਮਾੜਾ ਹੈ, ਆਹ ਬੜਾ ਨੀਚ ਹੈ, ਇਹਨੂੰ ਮੈਂ ਇਸ ਤਰ੍ਹਾਂ ਦੁੱਖ ਦੇਵਾਂਗਾ, ਜਿਹੜੇ ਨਿੰਦਕ ਪੁਰਸ਼ ਨਿੰਦਿਆ ਕਰਦੇ ਰੱਬ ਦੇ ਭਗਤ ਦੀ, ਕਹਿਣ ਲੱਗੇ ਵੀ ਮੈਦਾਨ ਛੱਡ ਕੇ ਉਹਨਾਂ ਨੂੰ ਭੱਜਣਾ ਹੀ ਪੈਂਦਾ, ਮੈਦਾਨ ਵਿੱਚ ਉਹ ਖੜ ਨਹੀਂ ਸਕਦੇ ਹਨ। ਐਸੀ ਭਾਰੀ ਉਹਨਾਂ ਨੂੰ ਸਜ਼ਾ ਪ੍ਰਾਪਤ ਹੁੰਦੀ ਹੈ। ਨਿੰਦਕਾਂ ਨੂੰ ਭੱਜਣ ਲੱਗਿਆ ਫਿਰ ਰਸਤਾ ਨਹੀਂ ਲੱਭਦਾ ਹੈ, ਕਹਿਣ ਲੱਗੇ ਹਾਰ ਕੇ ਦੌੜਦੇ ਹੋਏ, ਭੱਜਦੇ ਹੋਏ ਉਹ ਦਿਖਾਈ ਦਿੰਦੇ, ਪਰ ਰੱਬ ਦੇ ਭਗਤ ਦੇ ਨਾਲ ਮੱਥਾ ਲਾ ਕੇ ਪੂਰਾ ਨਹੀਂ ਕੋਈ ਲੈ ਸਕਦਾ। ਸੋ ਐਸੀ ਦਾਤ ਜਿਹੜੀ ਹੈ ਉਹ ਪ੍ਰਮਾਤਮਾ ਦੇ ਵੱਲੋਂ ਆਪਣੇ ਭਗਤਾਂ ਨੂੰ ਪ੍ਰਾਪਤ ਹੁੰਦੀ ਹੈ। ਪਰਮਤ ਭਰਮਤ ਉਆਹੀ ਮੋਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਰੱਬ ਦੇ ਭਗਤਾਂ ਦੇ ਨਾਲ ਵੈਰ ਕਰਨ ਵਾਲੇ ਭਰਮਤ ਗੇੜੇ ਕੱਢਦਿਆਂ ਇੱਧਰੋਂ ਉੱਧਰ ਜਾਂਦਿਆਂ, ਉੱਧਰੋਂ ਇੱਧਰ ਜਾਂਦਿਆਂ, ਭੱਜਦਿਆਂ, ਦੌੜਦਿਆਂ, ਬੜੀਆਂ ਦੌੜਾਂ ਲਾਉਂਦਿਆਂ ਹੋਇਆਂ ਉੱਥੇ ਹੀ ਮਰ ਗਏ, ਖਪ ਗਏ, ਪਹੁੰਚ ਹੀ ਨਹੀਂ ਸਕੇ ਰੱਬ ਦੇ ਭਗਤ ਦੇ ਦਰ ਤੇ।
ਭ੍ਰਮਤ ਭ੍ਰਮਤ ਭਰਮਦਿਆਂ ਹੋਇਆਂ, ਚੱਕਰ ਲਾਉਂਦਿਆਂ ਹੋਇਆਂ, ਭਜਦਿਆਂ ਹੋਇਆਂ, ਦੌੜ ਲਾਉਂਦਿਆਂ ਹੋਇਆਂ, ਉਹਾਂ ਹੀ ਮੂਏ ਉਧਰ ਹੀ ਕਿਤੇ ਮਰ ਗਿਆ ਜਿੱਧਰੋਂ ਚੱਲੇ ਸਨ। ਰੱਬ ਦੇ ਭਗਤ ਦੇ ਕੋਲ ਤੱਕ ਤੇ ਪਹੁੰਚ ਹੀ ਨਹੀਂ ਸਕੇ, ਉੱਥੇ ਰਸਤੇ ਵਿੱਚ ਹੀ ਉਹਨਾਂ ਦਾ ਨਿਪਟਾਰਾ ਹੋ ਜਾਂਦਾ ਹੈ। ਬਹੁੜ ਗ੍ਰਹਿ ਨ ਮਝਾਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਜ਼ਾ ਵੀ ਇਹੋ ਜਿਹੀ ਮਿਲੀ ਰੱਬ ਦੇ ਭਗਤਾਂ ਨੂੰ, ਜਿਹੜਾ ਦੁੱਖ ਦਿੰਦਾ ਹੈ ਮੁੜ ਕੇ ਵਾਪਸ ਆਪਣੇ ਘਰ ਵਿੱਚ ਜਾ ਕੇ ਆਪਣੇ ਬੀਬੀ ਬੱਚੇ ਦਾ ਮੂੰਹ ਵੀ ਨਹੀਂ ਵੇਖ ਸਕੇ। ਭ੍ਰਮਤ ਭ੍ਰਮਤ ਉਹਾਂ ਹੀ ਮੂਏ, ਘਰੋਂ ਚੱਲੇ ਸਨ ਵੀ ਰੱਬ ਦੇ ਭਗਤ ਨੂੰ ਦੁੱਖ ਦੇ ਕੇ ਆਉਣਾ, ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਗ੍ਰਿਫਤਾਰ ਕਰਨਾ। ਘਰੋਂ ਤੇ ਚੱਲ ਪਏ, ਚਲਦਿਆਂ ਚਲਦਿਆਂ ਰਸਤੇ ਵਿੱਚ ਮਾਰੇ ਗਏ ਤੇ ਪਾਤਸ਼ਾਹ ਕਹਿਣ ਲੱਗੇ ਫਿਰ ਆਪਣੇ ਘਰ ਵਿੱਚ ਜਾ ਕੇ ਆਪਣੇ ਪਰਿਵਾਰ ਦਾ ਮੂੰਹ ਨਹੀਂ ਵੇਖ ਸਕੇ, ਘਰ ਵੀ ਨਸੀਬ ਨਹੀਂ ਹੋਇਆ, ਨਾ ਮੰਜ਼ਿਲ ਪ੍ਰਾਪਤ ਹੋਈ ਹੈ ਤੇ ਮਰੇ ਵੀ ਨਾਪਾਕ ਹੋ ਕੇ। ਸੁਲਹੀ ਮੂਆ ਹੁਆ ਨਾਪਾਕ, ਆਪ ਪਵਿੱਤਰ ਹੋ ਕੇ ਧਰਮ ਤੋਂ ਡਿੱਗ ਕੇ ਗਿਰ ਕੇ ਸੁਲਹੀ ਖਾਨ ਦੀ ਮੌਤ ਹੋਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜਿਹੜੇ ਰੱਬ ਦੇ ਭਗਤ ਦੇ ਨਾਲ ਵੈਰ ਕਰਦੇ ਉਹਨਾਂ ਨੂੰ ਤੇ ਆਪਣਾ ਘਰ ਵੀ ਪ੍ਰਾਪਤ ਨਹੀਂ ਹੁੰਦਾ, ਆਪਣੇ ਪਰਿਵਾਰ ਦਾ ਮੂੰਹ ਵੇਖਣਾ ਵੀ ਪ੍ਰਾਪਤ ਨਹੀਂ ਹੁੰਦਾ, ਆਪਣੇ ਸਰੀਰ ਦੀ ਅੰਤਮ ਕਿਰਿਆ ਕਰਨੀ ਉਹ ਵੀ ਪੁੱਤਰਾਂ ਨੂੰ ਨਸੀਬ ਨਾ ਹੋਈ। ਸੁਲਹੀ ਖਾਨ ਦੀ ਕਬਰ ਉਹਦੇ ਪੁੱਤਰ ਨਹੀਂ ਪੱਟ ਸਕੇ, ਕਬਰ ਦੇ ਵਿੱਚ ਇਸ ਨੂੰ ਦਫਨਾ ਨਹੀਂ ਸਕੇ, ਇਹਦੇ ਉੱਪਰ ਮਿੱਟੀ ਨਹੀਂ ਪਾ ਸਕੇ, ਇਹਦੇ ਨਾਮ ਦਾ ਅੱਲਾ ਦਾ ਨਾਮ ਨਹੀਂ ਲੈ ਸਕੇ, ਰਸਤੇ ਵਿੱਚ ਹੀ ਨਪਾਕ ਹੋ ਕੇ ਮਰਿਆ। ਕਹਿਣ ਲੱਗੇ ਤੇ ਗੁਰਮੁਖੋ ਇੱਕ ਉਦਾਹਰਣ ਹੈ, ਜੋ ਜੋ ਤੇਰੇ ਭਗਤ ਦਿਖਾਏ ਉਹ ਤਤਕਾਲ ਤੁਮ ਮਾਰਾ। ਜਿਹੜਾ ਜਿਹੜਾ ਤੇਰੇ ਰੱਬਾ ਤੇਰੇ ਭਗਤਾਂ ਨੂੰ ਦੁੱਖ ਦਿੰਦਾ ਹੈ ਉਹਨੂੰ ਤਤਕਾਲ ਛੇਤੀ ਦੇ ਨਾਲ ਤੁਸੀਂ ਡਾਢੀ ਕਰੜੀ ਸਜ਼ਾ ਦੇ ਦਿੰਦੇ ਹੋ। ਤੋ ਪਾਤਸ਼ਾਹ ਕਹਿਣ ਲੱਗੇ ਐਸੇ ਦੁਸ਼ਟਾਂ ਨੂੰ ਤੇ ਆਪਣਾ ਘਰ ਵੀ ਨਸੀਬ ਨਹੀਂ ਹੋਇਆ, ਨਾ ਹੀ ਅੰਤਮ ਕਿਰਿਆ ਪਰਿਵਾਰ ਦੇ ਜਰੀਏ ਹੋਈ ਹੈ, ਐਸੀ ਡਾਢੀ ਸਜ਼ਾ ਮਿਲਦੀ ਹੈ। ਫਿਰ ਬਖਸ਼ਿਸ਼ ਕਰਦੇ ਹਨ। ਭ੍ਰਮਤ ਭ੍ਰਮਤ ਆਹੀ ਮੋਏ, ਬਹੁੜ ਗ੍ਰਹਿ ਨ ਮਝਾਰ। ਸਤਿਗੁਰੂ ਕਹਿਣ ਲੱਗੇ ਚੱਕਰ ਲਾਉਂਦਿਆਂ ਲਾਉਂਦਿਆਂ ਮਰ ਗਏ, ਸਰੂਪ ਰੂਪੀ ਘਰ ਦੀ ਪ੍ਰਾਪਤੀ ਨਹੀਂ ਹੋਈ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਆਇਆ ਤੇ ਆਪਣੇ ਆਪ ਦੀ ਪਛਾਣ ਕਰਨ ਵਾਸਤੇ ਆ ਦੁਨੀਆ ਦੇ ਵਿੱਚ ਵੀ ਮੈਂ ਕੌਣ ਆ, ਕਿੱਥੋਂ ਆਇਆ ਤੇ ਕਿੱਧਰ ਨੂੰ ਜਾਣਾ। ਪਰ ਕਹਿਣ ਲੱਗੇ ਦੁਨੀਆ ਦੇ ਵਿੱਚ ਇਹੋ ਜਿਹੇ ਚੱਕਰ ਪੈ ਗਏ, ਇਹੋ ਜਿਹੀ ਦੌੜ ਭੱਜ ਪੈ ਗਈ ਹੈ, ਜਿਹਦੇ ਵਾਸਤੇ ਆਇਆ ਜਿਹੜੇ ਕੰਮ ਆਇਆ ਉਹ ਕੰਮ ਕੀਤਾ ਹੀ ਨਹੀਂ। ਸਰੂਪ ਦੀ ਪ੍ਰਾਪਤੀ ਨਹੀਂ ਹੋਈ ਹੈ, ਅਕਾਲ ਪੁਰਖ ਦੀ ਪ੍ਰਾਪਤੀ ਵਾਲਾ ਨਹੀਂ ਬਣਿਆ, ਭਰਮਦਿਆਂ ਭਰਮਦਿਆਂ ਦੁਨੀਆ ਦੇ ਵਿੱਚ ਹੀ ਰਹਿ ਗਿਆ, ਪਰਮਾਤਮਾ ਦੀ ਪ੍ਰਾਪਤੀ ਵਾਲਾ ਸਰੂਪ ਰੂਪੀ ਘਰ ਵਾਲਾ ਨਹੀਂ ਬਣਿਆ ਹੈ। ਐਸੀ ਹਾਲਤ ਮਨਮੁਖ ਦੀ ਹੋ ਜਾਂਦੀ ਹੈ। ਨਾਨਕ ਸਰਣ ਪਰਿਓ ਦੁਖ ਭੰਜਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜਾ ਦੁੱਖਾਂ ਨੂੰ ਭੰਨਣ ਵਾਲਾ ਪਰਮਾਤਮਾ ਹੈ, ਜਦੋਂ ਉਸ ਦੀ ਸ਼ਰਨ ਵਿੱਚ ਆ ਕੇ ਪੈ ਜਾਈਏ, ਉਹਦੀ ਸ਼ਰਨ ਵਿੱਚ ਪੈਂਦਿਆਂ ਸਾਰੇ ਦੁੱਖ ਟੁੱਟ ਜਾਂਦੇ। ਸੁਣਿਆ ਦੁੱਖ ਪਾਪ ਕਾ ਨਾਸ, ਨਾਮ ਐਸਾ ਹੈ, ਪਰਮਾਤਮਾ ਐਸਾ ਹੈ, ਉਹਦੀ ਸ਼ਰਨ ਵਿੱਚ ਪੈ ਕੇ ਸਾਰੇ ਦੁੱਖ ਤੇ ਪਾਪ ਨਾਸ ਹੋ ਜਾਂਦੇ, ਪਰੇ ਹੋ ਜਾਂਦੇ, ਰਹਿ ਨਹੀਂ ਜਾਂਦੇ ਹਨ। ਸਤਿਗੁਰੂ ਕਹਿਣ ਲੱਗੇ ਨਾਨਕ ਸਰਨ ਪਰਿਓ ਦੁੱਖ ਭੰਜਨ, ਜੋ ਦੁੱਖਾਂ ਨੂੰ ਭੰਨਣ ਵਾਲਾ ਨਾਸ ਕਰਨ ਵਾਲਾ ਪਰਮਾਤਮਾ ਜਦੋਂ ਉਹਦੀ ਸ਼ਰਨ ਵਿੱਚ ਪੈ ਜਾਂਦੇ ਹਾਂ। ਗੁਣ ਗਾਵੇ ਸਦਾ ਅਪਾਰ। ਉਹਦੀ ਸ਼ਰਨ ਕਿਵੇਂ ਪ੍ਰਾਪਤ ਹੁੰਦੀ ਹੈ? ਕਿਉਂਕਿ ਉਹ ਪਰਮਾਤਮਾ ਗੁਰਮੁਖੋ ਅਪਾਰ ਹੈ, ਪਾਰਾਵਾਰ ਤੋਂ ਰਹਿਤ ਹੈ, ਬੇਅੰਤ ਹੈ। ਜਦੋਂ ਉਸ ਬੇਅੰਤ ਪਰਮਾਤਮਾ ਦੇ ਗੁਣ ਗਾਏ, ਉਹਦੇ ਗੁਣਾਂ ਦਾ ਵਰਣਨ ਕੀਤਾ, ਉਹਦੇ ਗੁਣਾਂ ਨੂੰ ਜਿਸ ਵੇਲੇ ਜਪਿਆ ਤੇ ਪਾਤਸ਼ਾਹ ਕਹਿਣ ਲੱਗੇ ਗੁਣ ਗਾ ਕਰਕੇ ਪਰਮਾਤਮਾ ਦੀ ਐਸੀ ਸ਼ਰਨ ਪ੍ਰਾਪਤ ਹੋਈ ਹੈ, ਸਾਰੇ ਦੁੱਖ ਹੀ ਟੁੱਟ ਗਏ। ਦੁੱਖ ਰਹਿ ਹੀ ਕੋਈ ਨਹੀਂ ਗਿਆ ਹੈ, ਪਰ ਦੁੱਖ ਟੁੱਟੇ ਉਹਨਾਂ ਦੇ ਨੇ, ਦੂਰ ਉਹਨਾਂ ਦੇ ਹੋਏ ਜਿਨ੍ਹਾਂ ਨੇ ਉਹਦੇ ਗੁਣਾਂ ਨੂੰ ਗਾਇਆ ਹੈ, ਜਿਨ੍ਹਾਂ ਨੇ ਉਹਦੇ ਨਾਮ ਨੂੰ ਜਪਿਆ ਹੈ, ਜਿਨ੍ਹਾਂ ਨੇ ਉਹਦੀ ਸਿਫਤ ਕੀਤੀ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ, ਪਾਤਸ਼ਾਹੋ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਜਿਹੜਾ ਅੰਮ੍ਰਿਤ ਵੇਲੇ ਗੁਰੂ ਕਾ ਸਿੱਖ ਉੱਠ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦਾ ਹੈ, ਜਿਹੜਾ ਪਰਮਾਤਮਾ ਦੀ ਸਿਫਤ ਕਰਦਾ ਹੈ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਹੈ, ਕਹਿਣ ਲੱਗੇ ਭਾਈ ਉਹ ਵਿਅਕਤੀ ਪਤਾ ਹੀ ਕੌਣ ਹੈ,
ਕਹਿਣ ਲੱਗੇ ਨਾਨਕ ਪਾਤਸ਼ਾਹੀ ਪਾਤਸ਼ਾਹੋ, ਉਹ ਤੇ ਵੱਡਿਆਂ ਵੱਡਿਆਂ ਬਾਦਸ਼ਾਹਾਂ ਨੂੰ ਬਾਦਸ਼ਾਹੀ ਦੇਣ ਵਾਲਾ ਹੈ। ਉਹਨੂੰ ਪ੍ਰਮਾਤਮਾ ਨੇ ਏਡਾ ਵੱਡਾ ਬਾਦਸ਼ਾਹ ਬਣਾ ਦਿੱਤਾ ਹੈ, ਜਿਹਨੂੰ ਅੰਮ੍ਰਿਤ ਵੇਲੇ ਆਪਣੀ ਸਿਫਤ ਬਖਸ਼ਿਸ਼ ਕੀਤੀ ਹੈ। ਕਹਿਣ ਲੱਗੇ ਅੰਮ੍ਰਿਤ ਵੇਲੇ ਸਿਫਤ ਕਰਨ ਵਾਲਾ ਉਹ ਤੇ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਹੈ ਔਰ ਸੱਚਾ ਬਾਦਸ਼ਾਹ ਹੈ, ਔਰ ਬਾਦਸ਼ਾਹੀਆਂ ਨੂੰ ਰਾਜ ਦੇਣ ਵਾਲਾ ਹੈ, ਬਾਦਸ਼ਾਹੀਆਂ ਨੂੰ ਬਖਸ਼ਿਸ਼ਾਂ ਕਰਨ ਵਾਲਾ ਹੈ। ਐਸਾ ਉਹ ਵੱਡੀ ਮਹਿਮਾ ਦਾ ਜਿਹੜਾ ਪਾਤਰ ਹੈ ਉਹ ਗੁਰਮੁਖ ਬਣ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਐਸੀਆਂ ਦਾਤਾਂ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀਆਂ ਜਿਨ੍ਹਾਂ ਗੁਰਮੁਖਾਂ ਨੇ ਆਪ ਜੀ ਦੇ ਨਾਮ ਨੂੰ ਜਪਿਆ ਹੈ। ਨਿੰਦਕ ਕਾ ਮੁਖ ਕਾਲਾ ਹੋਆ, ਜਿਹੜੇ ਨਿੰਦਕ ਨੇ ਨਾ ਭਾਈ, ਉਹਨਾਂ ਦਾ ਮੂੰਹ ਕਾਲਾ ਹੁੰਦਾ। ਇਸ ਲੋਕ ਦੇ ਵਿੱਚ ਵੀ ਕਾਲਾ ਹੁੰਦਾ, ਪਰਲੋਕ ਦੇ ਵਿੱਚ ਵੀ ਕਾਲਾ ਹੁੰਦਾ। ਨਿੰਦਕ ਪੁਰਸ਼ਾਂ ਦੇ ਮੂੰਹ ਹਮੇਸ਼ਾ ਕਾਲੇ ਹੀ ਹੁੰਦੇ, ਲੋਕ ਤੇ ਪਰਲੋਕ ਦੇ ਵਿੱਚ ਨਿੰਦਕਾਂ ਦਾ ਮੂੰਹ ਕਾਲਾ ਹੋ ਜਾਂਦਾ ਹੈ। ਐਸੀ ਉਹਨਾਂ ਦੀ ਹਾਲਤ ਬਣਦੀ ਹੈ। ਦੀਨ ਦੁਨੀਆ ਕੈ ਦਰਬਾਰ, ਸਤਿਗੁਰੂ ਕਹਿਣ ਲੱਗੇ ਦੀਨ ਦੁਨੀਆ ਤੋਂ ਭਾਵ ਹੁੰਦਾ ਗੁਰਮੁਖੋ ਲੋਕ ਤੇ ਪਰਲੋਕ। ਇੱਥੇ ਵੀ ਉਹਨਾਂ ਦਾ ਮੂੰਹ ਕਾਲਾ ਹੋਇਆ ਅਤੇ ਪਰਲੋਕ ਦੇ ਵਿੱਚ ਵੀ ਉਹਨਾਂ ਦਾ ਮੂੰਹ ਕਾਲਾ ਹੁੰਦਾ। ਐਸੇ ਵਿਅਕਤੀਆਂ ਦਾ, ਜਿਹੜੇ ਵਿਅਕਤੀ ਪਰਮਾਤਮਾ ਦੇ ਨਾਮ ਤੋਂ ਖਾਲੀ ਨੇ, ਜਿਨ੍ਹਾਂ ਨੇ ਤੇਰੇ ਨਾਮ ਨੂੰ ਜਪਿਆ ਨਹੀਂ, ਕਹਿਣ ਲੱਗੇ ਉਹ ਜਿਹੜੇ ਵਿਅਕਤੀ ਨੇ ਉਹ ਲੋਕ ਪਰਲੋਕ ਦੇ ਵਿੱਚ ਉਹਨਾਂ ਦੇ ਮੂੰਹ ਕਾਲੇ ਹੁੰਦੇ। ਇੱਥੇ ਵੀ ਉਹ ਡਾਢੀ ਸਜ਼ਾ ਨੂੰ ਪ੍ਰਾਪਤ ਹੁੰਦੇ ਅਤੇ ਪਰਲੋਕ ਦੇ ਵਿੱਚ ਵੀ ਉਹ ਡਾਢੀ ਸਜ਼ਾ ਨੂੰ ਗੁਰਮੁਖ ਨਹੀਂ ਮਨਮੁਖ ਜਿਹੜੇ ਨੇ ਉਹ ਪ੍ਰਾਪਤ ਹੁੰਦੇ ਨੇ। ਦੀਨ ਦੁਨੀਆ ਦੇ ਵਿੱਚ, ਲੋਕ ਪਰਲੋਕ ਦੇ ਵਿੱਚ ਉਹਨਾਂ ਦੇ ਮੂੰਹ ਕਾਲੇ ਹੁੰਦੇ ਹਨ। ਤਨਾਸਰੀ ਮਹੱਲਾ ਪੰਜਵਾ, ਅਬ ਹਰ ਰਾਖਨ ਹਾਰ ਚਿਤਾਰਿਆ। ਗੁਰੂ ਪਾਤਸ਼ਾਹ ਕਹਿਣ ਲੱਗੇ ਹੁਣ ਅਸੀਂ ਜੋ ਰੱਖਿਆ ਕਰਨ ਵਾਲਾ ਪਰਮਾਤਮਾ ਹੈ ਉਹਦੇ ਨਾਮ ਨੂੰ ਚਿਤਾਰਿਆ ਹੈ, ਉਹਦੇ ਨਾਮ ਨੂੰ ਯਾਦ ਕੀਤਾ ਹੈ, ਉਹਦੇ ਨਾਮ ਨੂੰ ਸਿਮਰਿਆ। ਕਿਹਦੇ ਨਾਮ ਨੂੰ ਸਿਮਰਿਆ? ਜੋ ਰੱਖਿਆ ਕਰਨ ਵਾਲਾ ਹੈ। ਅਬ ਹਰ ਰਾਖਨ ਹਾਰ ਚਿਤਾਰਿਆ, ਹੁਣ ਜੋ ਰਾਖਨ ਹਾਰ ਜੋ ਰੱਖਿਆ ਕਰਨ ਵਾਲਾ ਪਰਮਾਤਮਾ ਉਹਦੇ ਨਾਮ ਨੂੰ ਚਿਤਾਰਿਆ, ਚੇਤੇ ਕੀਤਾ ਹੈ। ਪਤਿਤ ਪਨੀਤ ਕੀਏ ਖਿਨ ਭੀਤਰ, ਸਗਲਾ ਰੋਗ ਬਿਦਾਰਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਅਤੇ ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਹੈ। ਪਤਿਤ ਪੁਨੀਤ, ਜਿਹੜਾ ਪਾਪੀਆਂ ਨੂੰ ਪਵਿੱਤਰ ਕਰ ਦੇਵੇ, ਐਸਾ ਜੋ ਪਰਮਾਤਮਾ ਹੈ, ਜਦੋਂ ਉਹਦੇ ਨਾਮ ਨੂੰ ਜਪਿਆ ਤੇ ਉਸ ਨੇ ਇੱਕ ਛਿਣ ਦੇ ਵਿੱਚ ਕਹੀਏ ਪਵਿੱਤਰ ਕਰ ਦਿੱਤਾ ਹੈ। ਇੱਕ ਛਿਣ ਦੇ ਵਿੱਚ ਹੀ ਉਸ ਨੇ ਕਿਰਪਾ ਕਰ ਦਿੱਤੀ। ਪਤ ਪੁਨੀਤ ਕੀਏ ਕਿਨ ਭੀਤਰ, ਸਗਲਾ ਰੋਗ ਬਿਦਾਰਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਪਰਮਾਤਮਾ ਇੱਕ ਛਿਣ ਦੇ ਵਿੱਚ ਹੀ ਪਾਪੀਆਂ ਨੂੰ ਪਵਿੱਤਰ ਕਰ ਦਿੰਦਾ ਹੈ ਅਤੇ ਇੱਕ ਛਿਣ ਦਾ ਸਮਾਂ ਵੀ ਨਹੀਂ ਲੱਗਦਾ ਹੈ। ਜਦੋਂ ਉਸਨੇ ਕਿਰਪਾ ਕਰਨੀ ਹੈ, ਇੱਕ ਛਿਣ ਦੇ ਵਿੱਚ ਹੀ ਪਾਪੀਆਂ ਨੂੰ ਪਵਿੱਤਰ ਕਰ ਦਿੰਦਾ ਹੈ। ਰਹਾਉ ਗੋਸ਼ਟ ਭਈ ਸਾਧਕੈ ਸੰਗਮ। ਸਤਿਗੁਰੂ ਕਹਿਣ ਲੱਗੇ ਸਗਲਾ ਰੋਗ ਬਿਦਾਰਿਆ। ਜਿੰਨੇ ਰੋਗ ਨੇ ਨਾ ਸਰੀਰ ਨੂੰ ਲੱਗੇ ਹੋਏ ਤੇ ਜਿੰਨੇ ਰੋਗ ਨੇ ਮਨ ਨੂੰ ਲੱਗੇ ਹੋਏ, ਇਹ ਸਾਰੇ ਰੋਗਾਂ ਨੂੰ ਵੀ ਉਹ ਤੋੜ ਦਿੰਦਾ ਹੈ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਕੋ ਬਿਗਨ ਨਾ ਕੋਊ ਲਾਗੈ, ਜਾ ਕੀ ਪ੍ਰਭ ਆਗੈ। ਇਹ ਜਿਹੜੇ ਤਾਪ ਨੇ ਨਾ ਗੁਰਮੁਖੋ, ਆਦਿ ਵਿਆਧੀ ਤੇ ਉਪਾਧੀ, ਸਰੀਰ ਨੂੰ ਲੱਗੇ ਹੋਏ, ਮਾਨਸਿਕ ਲੱਗੇ ਹੋਏ, ਦੁਨਿਆਵੀ ਰੋਗ ਲੱਗੇ ਹੋਏ, ਇਹ ਸਾਰੇ ਰੋਗਾਂ ਨੂੰ ਪਰਮਾਤਮਾ ਇੱਕ ਛਿਣ ਦੇ ਵਿੱਚ ਨਾਸ ਕਰ ਦਿੰਦਾ, ਐਸੀ ਬਖਸ਼ਿਸ਼ ਕਰ ਦਿੰਦਾ ਹੈ। ਰਹਾਉ ਗੋਸ਼ਟ ਭਈ ਸਾਧਕੈ ਸੰਗਮ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਗੁਰਮੁਖ ਸਾਧੂਆਂ ਦੀ ਸੰਗਤ ਵਿੱਚ ਪੈ ਕੇ, ਸਾਧ ਸੰਗਤ ਵਿੱਚ ਬੈਠ ਕੇ ਜਦੋਂ ਗੋਸ਼ਟ ਕੀਤੀ ਨਾ, ਵਿਚਾਰ ਚਰਚਾ ਕੀਤੀ, ਵਿਚਾਰ ਚਰਚਾ ਗੁਰਮੁਖਾਂ ਵਾਲੀ, ਪਰਮਾਤਮਾ ਦੀ ਪ੍ਰਾਪਤੀ ਵਾਲੀ, ਝਗੜੇ ਵਾਲੀ ਵਿਚਾਰ ਚਰਚਾ ਨਹੀਂ। ਵਿਚਾਰ ਚਰਚਾ ਉਹ ਜਿਸ ਤੋਂ ਗੁਰੂ ਦਾ ਗਿਆਨ ਪ੍ਰਾਪਤ ਹੋਵੇ, ਜਿਸ ਦੇ ਵਿੱਚੋਂ ਦਾਤਾਂ ਪ੍ਰਾਪਤ ਹੋਣ। ਗੋਸ਼ਟ ਭਈ ਸਾਧਕੈ ਸੰਗਮ, ਸੰਗਮ ਤੋਂ ਭਾਵ ਹੁੰਦਾ ਇਕੱਠ। ਜਦੋਂ ਸਾਧੂਆਂ ਦੇ ਇਕੱਠ ਵਿੱਚ ਬੈਠੇ, ਸੰਗਤ ਵਿੱਚ ਜਾ ਕੇ ਬੈਠੇ, ਗੁਰੂ ਕੇ ਘਰ ਆ ਕੇ
ਉਸ ਵੇਲੇ ਗੋਸ਼ਟੀ ਕੀਤੀ ਨਾ, ਵਿਚਾਰ ਕੀਤੀ, ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਕੇ ਮਹਾਰਾਜ ਗਿਆਨ ਬਖਸ਼ਿਸ਼ ਕਰੋ। ਜਦੋਂ ਐਸੀ ਦਾਤ ਨੂੰ ਪ੍ਰਾਪਤ ਹੋਏ, ਹਾਂ ਕਾਮ ਕ੍ਰੋਧ ਲੋਭ ਮਾਰਿਆ। ਸਤਿਗੁਰਾਂ ਨੇ ਫਿਰ ਐਸੀਆਂ ਦਾਤਾਂ ਦੇ ਦਿੱਤੀਆਂ, ਕਾਮ ਵੀ ਮਾਰ ਕੇ ਸੁੱਟ ਦਿੱਤਾ, ਕ੍ਰੋਧ ਵੀ ਮਾਰ ਦਿੱਤਾ, ਲੋਭ ਵੀ ਮਾਰਿਆ ਗਿਆ, ਮੋਹ ਤੇ ਹੰਕਾਰ ਵੀ ਮਾਰਿਆ ਗਿਆ। ਐਸੀ ਦਾਤ ਮਿਲ ਗਈ। ਇਹਨਾਂ ਵਕਾਰਾਂ ਨੇ ਸਾਰੀ ਦੁਨੀਆ ਨੂੰ ਮਾਰਿਆ ਹੋਇਆ, ਪਰ ਗੁਰਮੁਖਾਂ ਨੇ ਵਕਾਰ ਹੀ ਮਾਰ ਕੇ ਰੱਖ ਦਿੱਤੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਨਾਮ ਜਪਣ ਵਾਲਿਆਂ ਨੇ ਕਾਮ ਦੀ ਵਾਸ਼ਨਾ ਨੂੰ ਮਾਰ ਕੇ ਪਰੇ ਕਰ ਦਿੱਤਾ ਹੈ, ਕ੍ਰੋਧ ਨੂੰ ਮਾਰ ਦਿੱਤਾ, ਐਸੇ ਸ਼ਾਂਤੀ ਦੇ ਪੁੰਜ ਬਣ ਗਏ। ਲੋਭ ਨੂੰ ਮਾਰ ਕੇ ਪਦਾਰਥਾਂ ਨੂੰ ਤਿਆਗ ਦਿੱਤਾ ਹੈ। ਐਸੀਆਂ ਦਾਤਾਂ ਨੂੰ ਗੁਰਮੁਖ ਪ੍ਰਾਪਤ ਹੁੰਦੇ, ਪਰ ਹੁੰਦੇ ਉਹ ਨੇ ਜਿਨ੍ਹਾਂ ਨੇ ਸਾਧ ਦਾ ਸੰਗਮ ਪ੍ਰਾਪਤ ਕੀਤਾ, ਸੰਤਾਂ ਦੀ ਸੰਗਤ ਪ੍ਰਾਪਤ ਕੀਤੀ। ਗੁਰਮੁਖੋ, ਸਾਡੇ ਸਾਹਮਣੇ ਸਾਖੀ ਆ ਜਾਂਦੀ ਹੈ ਭਾਈ ਮੰਝ ਜੀਆਂ ਦੀ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਪ੍ਰਸੰਨ ਹੋਏ ਨਾ, ਕਹਿਣ ਲੱਗੇ, ਭਾਈ ਮੰਝ ਮਨ ਮੰਗ ਕੀ ਚਾਹੀਦਾ। ਜਿਸ ਵੇਲੇ ਮਹਾਰਾਜ ਬਚਨ ਕਰਦੇ ਪਏ ਸਨ, ਕਹਿਣ ਲੱਗੇ, ਭਾਈ ਮੰਝ ਜੀ ਦੀਆਂ ਮੱਝਾਂ ਵਗੈਰਾ ਗਾਵਾਂ ਜੋ ਵੀ ਘਰੇ ਲਵੇਰਾ ਸੀ ਨਾ, ਮਰ ਗਿਆ ਸੀ, ਤੇ ਬੜਾ ਜ਼ਿਆਦਾ ਘਰੋਂ ਮਾਲ ਡੰਗਰ ਦਾ ਘਾਟਾ ਸੀ। ਫਸਲਾਂ ਜਿਹੜੀਆਂ ਸਨ ਬਾਹਰ ਖਲੋਤੀਆਂ ਖਲੋਤੀਆਂ, ਕੁਝ ਸੁੱਕ ਗਈਆਂ, ਕੁਝ ਡੁੱਬ ਗਈਆਂ, ਬਾਹਰੋਂ ਖੇਤੀ ਦਾ ਵੀ ਘਾਟਾ ਸੀ। ਇਧਰੋਂ ਪਰਿਵਾਰ ਦੇ ਉੱਪਰ ਵੀ ਕਈ ਤਰ੍ਹਾਂ ਦੇ ਕਸ਼ਟ ਆਏ ਹੋਏ ਸਨ। ਐਸੀ ਵਿਪਤਾ ਵਿੱਚ ਸੀ ਭਾਈ ਮੰਝ। ਜਦੋਂ ਮਹਾਰਾਜ ਨੇ ਆਖਿਆ, ਭਾਈ ਮੰਝ ਮੰਗ ਕੀ ਚਾਹੀਦਾ, ਤੇ ਭਾਈ ਮੰਝ ਜੀਆਂ ਨੇ ਉਸ ਵੇਲੇ ਇਹ ਨਹੀਂ ਆਖਿਆ ਵੀ ਮਹਾਰਾਜ ਮੈਨੂੰ ਇੰਨੀ ਜਾਇਦਾਦ ਮਿਲ ਜਾਵੇ, ਇੰਨਾ ਧਨ ਮਿਲ ਜਾਵੇ, ਇੰਨਾ ਪਦਾਰਥ ਮਿਲ ਜਾਵੇ, ਮੈਂ ਰਾਜਾ ਮਹਾਰਾਜਾ ਬਣ ਜਾਵਾਂ। ਨਹੀਂ, ਹੱਥ ਜੋੜ ਕੇ ਕੋਈ ਬੇਨਤੀ ਕੀਤੀ। ਕਹਿਣ ਲੱਗੇ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ, ਜੇ ਆਪ ਜੀ ਖੁਸ਼ ਹੋਏ ਹੋ, ਪ੍ਰਸੰਨ ਹੋਏ ਹੋ, ਤੇ ਮੈਨੂੰ ਕੁਝ ਦੇਣਾ ਚਾਹੁੰਦੇ ਹੋ, ਤੇ ਫਿਰ ਮੇਰੇ ਤੇ ਇਹ ਕਿਰਪਾ ਕਰ ਦਿਓ, ਮੇਰੀ ਝੋਲੀ ਵਿੱਚ ਇੱਕ ਬਚਨ ਪਾ ਦਿਓ ਮਹਾਰਾਜ। ਸਤਿਗੁਰੂ ਕਹਿਣ ਲੱਗੇ, ਭਾਈ ਮੰਝੋ ਕੀ ਬਚਨ ਹੈ? ਕਹਿਣ ਲੱਗੇ, ਮਹਾਰਾਜ ਬਚਨ ਇਹ ਹੈ, ਜਿਸ ਤਰ੍ਹਾਂ ਦੀ ਕਰੜੀ ਤੇ ਕਠਿਨ ਪਰਖ ਆਪ ਜੀ ਨੇ ਮੇਰੀ ਕੀਤੀ ਹੈ, ਪਾਤਸ਼ਾਹ ਜੀ ਅੱਜ ਤੋਂ ਬਾਅਦ ਐਸੀ ਕਰੜੀ ਤੇ ਕਠਿਨ ਜਿਹੜੀ ਹੈ ਉਹ ਪਰਖ ਕਿਸੇ ਵੀ ਸਿੱਖ ਦੀ ਨਾ ਕਰਿਓ। ਮਹਾਰਾਜ ਇਹ ਕਿਰਪਾ ਕਰਕੇ ਬਚਨ ਦੇ ਦਿਓ, ਜਿਸ ਤਰ੍ਹਾਂ ਦੀ ਆਪ ਜੀ ਨੇ ਪਰਖ ਮੇਰੀ ਕੀਤੀ ਹੈ ਨਾ, ਇਸ ਤਰ੍ਹਾਂ ਦੀ ਪਰਖ ਕਿਸੇ ਸਿੱਖ ਦੀ ਨਾ ਪਾਇਓ। ਉਹਦਾ ਕਾਰਨ ਕੀ ਹੈ? ਮਹਾਰਾਜ ਕਲਯੁਗ ਦਾ ਬੜਾ ਭਿਆਨਕ ਸਮਾਂ ਹੈ। ਐਸੀ ਕਰੜੀ ਪਰਖ ਦੇ ਵਿੱਚੋਂ ਪਾਸ ਹੋਣਾ ਬੜਾ ਮੁਸ਼ਕਲ ਹੈ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ, ਕਹਿਣ ਲੱਗੇ, ਭਾਈ ਮੰਝ ਤੇਰਾ ਬਚਨ ਅਸੀਂ ਪ੍ਰਵਾਨ ਕਰਦੇ ਹਾਂ, ਤੇਰੇ ਬਚਨ ਨੂੰ ਮੰਨਦੇ ਹਾਂ। ਠੀਕ ਹੈ, ਜੇ ਤੂੰ ਆਖਦਾ ਵੀ ਇੰਨੀ ਕਰੜੀ ਪਰਖ ਨਾ ਕਰੀਏ, ਅਸੀਂ ਨਹੀਂ ਕਰਾਂਗੇ, ਪਰ ਗੁਰੂ ਕਿਹਾ ਸਿੱਖਾਂ ਦਾ ਜੀਵਨ ਅਸੀਂ ਇਹੋ ਜਿਹਾ ਬਣਾ ਦਿਆਂਗੇ, ਇੰਨਾ ਉੱਚਾ ਜੀਵਨ ਲੈ ਜਾਵਾਂਗੇ, ਪਰਖ ਕਿਹੋ ਜਿਹੀ ਵੀ ਪੈ ਜਾਵੇ, ਸਾਡਾ ਸਿੱਖ ਪਾਸ ਦਾ ਪਾਸ ਹੀ ਹੋਵੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ ਜਿਨ੍ਹਾਂ ਦੇ ਅੰਦਰੋਂ ਮਹਾਰਾਜ ਨੇ ਲੋਭ ਮਾਰ ਦਿੱਤਾ ਨਾ ਗੁਰਮੁਖੋ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਮੰਗੋ ਕੀ ਚਾਹੀਦਾ, ਤੇ ਮੰਗਿਆ ਸਰਬੱਤ ਦਾ ਭਲਾ। ਬਚਨ ਪੜ੍ਹਦੇ ਹਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਇਹ ਪੜ੍ਹਦੇ ਆ, ਪਰ ਮੰਗਿਆ ਭਾਈ ਮੰਝ ਨੇ ਆ। ਮਹਾਰਾਜ ਮੈਂ ਤੇ ਲੋਕਾਂ ਦੀ ਜੂਠ ਖਾ ਲਈ ਥਾਲੀਆਂ ਦੇ ਵਿੱਚੋਂ ਪੂੰਝ ਪੂੰਝ ਕੇ, ਮੈਂ ਤੇ ਭੁੱਖਾ ਪਿਆਸਾ ਰਹਿ ਕੇ ਤੇ ਮਿੱਟੀ ਤੇ ਸੌਂ ਕੇ ਦਿਨ ਕੱਟ ਲੈ, ਧਰਤੀ ਤੇ ਸੌਂ ਕੇ, ਪਰ ਸੇਵਾ ਵਿੱਚ ਮਹਾਰਾਜ ਲੱਗਾ ਰਿਹਾ। ਪਰ ਸਤਿਗੁਰੂ ਕਿਰਪਾ ਕਰੋ, ਸਿੱਖਾਂ ਦੀ ਐਸੀ ਪਰਖ ਨਾ ਕਰਿਓ ਜਿਨ੍ਹਾਂ ਦਾ ਲੋਭ ਮਰਿਆ। ਨਹੀਂ ਤੇ ਕੋਈ ਇੱਕ ਤੀਲਾ ਵੀ ਚੁੱਕ ਕੇ ਬਾਹਰ ਰੱਖ ਦੇਵੇ ਨਾ, ਤੇ ਉਹ ਵੀ ਮੰਗਦਾ ਵੀ ਮੈਂ ਇੱਕ ਤੀਲਾ ਚੁੱਕ ਕੇ, ਡੱਕਾ ਚੁੱਕ ਕੇ ਬਾਹਰ ਰੱਖਿਆ, ਇੱਕ ਪੱਤਾ ਚੁੱਕ ਕੇ ਪਰੇ ਕੀਤਾ, ਤੇ ਇਹਦਾ ਫਲ ਵੀ ਮੈਨੂੰ ਮਿਲਣਾ ਚਾਹੀਦਾ। ਪਰ ਜਿਨ੍ਹਾਂ ਦੇ ਅੰਦਰੋਂ ਲੋਭ ਮਰ ਜਾਂਦਾ ਹੈ, ਉਹਨਾਂ ਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ। ਲੋਭ ਮਰਿਆ ਕਿਵੇਂ ਹੈ? ਗੋਸ਼ਟ ਭਈ ਸਾਧ ਕੈ ਸੰਗਮ। ਭਾਈ ਮੰਝ ਜੀਆਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸੰਗ ਜੂ ਮਿਲਿਆ। ਗੁਰਮੁਖੋ, ਐਸੀ ਸੰਗਤ ਕਰਨ ਵਾਲੇ, ਗੁਰੂ ਕਿਆ ਸਿੱਖਾਂ ਦੀ ਸੰਗਤ ਕਰਨ ਵਾਲੇ ਐਸੀ ਅਵਸਥਾ ਨੂੰ ਪਹੁੰਚ ਗਏ, ਉਹਨਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰ ਦਿੱਤਾ ਹੈ। ਸਿਮਰ ਸਿਮਰ ਪੂਰਨ ਨਾਰਾਇਣ। ਜਿਨ੍ਹਾਂ ਨੇ ਨਾਰਾਇਣ ਪ੍ਰਮਾਤਮਾ ਦੇ ਨਾਮ ਨੂੰ ਸਿਮਰਿਆ ਹੈ। ਇਹ ਸਿਮਰਨ ਦਾ ਪੰਜਾਬੀ ਦੇ ਵਿੱਚ ਭਾਵ ਇਹ ਹੁੰਦਾ, ਗੁਰਮੁਖੋ ਯਾਦ ਕਰਨਾ।
ਯਾਦ ਕਰਨਾ। ਸਿਮਰ ਤੋਂ ਭਾਵ ਹੁੰਦਾ ਯਾਦ ਕਰਨਾ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਯਾਦ ਕੀਤਾ ਹੈ, ਜਿਹੜੇ ਯਾਦ ਕਰਦੇ ਹਨ, ਸੰਗੀ ਸਗਲੇ ਤਾਰਿਆ। ਸਤਿਗੁਰੂ ਕਹਿਣ ਲੱਗੇ ਉਹ ਆਪ ਵੀ ਤਰ ਜਾਂਦੇ। ਸਿਮਰਨ ਕਰਨ ਵਾਲੇ, ਰੱਬ ਨੂੰ ਯਾਦ ਕਰਨ ਵਾਲੇ ਆਪ ਵੀ ਤਰਦੇ। ਹੋਰ ਕੀ ਹੁੰਦਾ ਹੈ? ਕਹਿਣ ਲੱਗੇ ਸੰਗੀ ਸਗਲੇ, ਜਿਹੜੇ ਨਾਲ ਸੰਗਤ ਕਰਨ ਵਾਲੇ ਨੇ ਨਾ, ਉਹ ਵੀ ਤਰ ਜਾਂਦੇ। ਆਪਣੇ ਸੰਗੀਆਂ ਨੂੰ ਵੀ ਤਾਰ ਲੈਂਦੇ। ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵੈ ਨਾ ਭੇਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ। ਇਹ ਮਹਾਰਾਜ ਦੇ ਬਚਨ ਨੇ, ਗੁਰਬਾਣੀ ਦੇ। ਕਹਿਣ ਲੱਗੇ ਨਾਮ ਜਪਣ ਵਾਲੇ ਭਾਈ ਆਪਣੇ ਸੰਗੀਆਂ ਨੂੰ ਤਾਰ ਲੈਂਦੇ। ਸੰਗੀ ਸਾਥੀ ਸਗਲ ਤਰਾਈ, ਇਹ ਬਚਨ ਬਾਣੀ ਦੇ। ਕਹਿਣ ਲੱਗੇ ਸਾਰਿਆਂ ਨੂੰ ਤਾਰ ਲੈਂਦੇ ਹਨ। ਔਖਦ ਮੰਤਰ ਮੂਲ ਮਨ ਏਕੈ, ਮਨ ਵਿਸ਼ਵਾਸ ਪ੍ਰਭ ਧਾਰਿਆ। ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਪਰਮਾਤਮਾ ਦੇ ਉੱਪਰ ਵਿਸ਼ਵਾਸ ਰੱਖਿਆ ਹੈ, ਭਰੋਸਾ ਰੱਖਿਆ ਹੈ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹਨਾਂ ਨੂੰ ਦਾਤ ਕੀ ਪ੍ਰਾਪਤ ਹੋਈ ਹੈ? ਉਹਨਾਂ ਨੂੰ ਦਾਤ ਇਹ ਪ੍ਰਾਪਤ ਹੋਈ ਹੈ ਔਖਦ ਤੇ ਮੰਤਰ। ਮੰਤਰ ਉਹ ਮਿਲਿਆ ਜਿਹੜਾ ਔਖਦੀ ਰੂਪ ਹੈ, ਦਵਾਈ ਰੂਪੀ ਮੰਤਰ ਉਹਨਾਂ ਨੇ ਲੈ ਕੇ, ਤੇ ਮੂਲ ਜਿਹੜਾ ਮੁੱਢ ਹੈ ਨਾ ਅਗਿਆਨ, ਉਹਨੂੰ ਗੁਰਮੁਖਾਂ ਨੇ ਨਾਸ ਕਰ ਦਿੱਤਾ। ਸਤਿਗੁਰਾਂ ਦੇ ਕੋਲੋਂ ਔਖਦੀ ਰੂਪੀ ਮੰਤਰ ਲੈ ਕੇ ਉਹਨਾਂ ਗੁਰਮੁਖਾਂ ਨੇ ਵਕਾਰਾਂ ਦੇ ਮੁੱਢ ਨੂੰ ਹੀ ਖਤਮ ਕਰ ਦਿੱਤਾ। ਵਕਾਰ ਰਹਿਣ ਹੀ ਕੋਈ ਨਹੀਂ ਦਿੱਤਾ ਹੈ। ਐਸੀ ਦਾਤ ਮਿਲੀ ਹੈ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਔਖਦ ਮੰਤਰ ਮੂਲ ਮਨ ਏਕੈ, ਮਨ ਵਿਸ਼ਵਾਸ ਪ੍ਰਭ ਧਾਰਿਆ। ਸਤਿਗੁਰੂ ਕਹਿਣ ਲੱਗੇ ਔਖਦ ਕੀ ਹੈ? ਅਗਿਆਨਤਾ ਰੂਪੀ ਹਨੇਰੇ ਨੂੰ ਕੱਟਣ ਵਾਸਤੇ ਗੁਰਮੁਖਾਂ ਦੇ ਕੋਲ ਨਾਮ ਰੂਪੀ ਔਖਦ ਹੈ, ਨਾਮ ਰੂਪੀ ਦਾਰੂ ਹੈ। ਨਾਮ ਰੂਪੀ ਦਾਰੂ ਜਦੋਂ ਮਿਲ ਜਾਂਦਾ, ਫਿਰ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਇਹ ਅਗਿਆਨਤਾ ਦਾ ਹਨੇਰਾ ਜੇ ਦੂਰ ਕਰਨਾ ਨਾ ਗੁਰਮੁਖੋ, ਤੇ ਫਿਰ ਤੁਹਾਡੇ ਕੋਲ ਇੱਕ ਨਾਮ ਦੀ ਦਵਾਈ ਹੈ। ਨਾਮ ਦੀ ਦਵਾਈ ਇਹੋ ਜਿਹੀ ਹੈ ਜਿਹੜੀ ਅਗਿਆਨਤਾ ਦੇ ਹਨੇਰੇ ਨੂੰ ਮੁੱਢੋਂ ਖਤਮ ਕਰ ਦਿੰਦੀ। ਇਹ ਦੂਜਾ ਸ਼ਬਦ ਮਹਾਰਾਜ ਨੇ ਵਰਤਿਆ ਮੰਤਰ। ਕਹਿਣ ਲੱਗੇ ਸੱਪ ਭਾਵੇਂ ਕਿੰਨਾ ਵੀ ਜ਼ਹਿਰੀਲਾ ਕਿਉਂ ਨਾ ਹੋਵੇ, ਤੇ ਸੱਪ ਲੜ ਵੀ ਜਾਵੇ, ਡੰਗ ਵੀ ਮਾਰ ਦੇਵੇ, ਪਰ ਸੱਪ ਦੀ ਜ਼ਹਿਰ ਨੂੰ ਕੋਈ ਜਿਹੜਾ ਪਾਸ ਹੋਇਆ ਕੋਈ ਜੋਗੀ ਹੈ ਨਾ, ਰੱਬ ਦਾ ਨਾਮ ਜਪਣ ਵਾਲਾ, ਜਿਹਨੇ ਕੋਈ ਕਿਸੇ ਸਾਧੂ ਕੋਲੋਂ, ਕਿਸੇ ਵੈਦ ਕੋਲੋਂ, ਜਾਂ ਕਿਸੇ ਆਪਣੇ ਮੁਰਸ਼ਦ ਦੇ ਕੋਲੋਂ ਕੋਈ ਦਾਤ ਲਈ ਹੈ ਨਾ, ਤੇ ਉਹ ਚੜੇ ਹੋਏ ਸੱਪ ਦੇ ਜ਼ਹਿਰ ਨੂੰ ਵੀ ਉਤਾਰਨ ਦੀ ਸਮਰੱਥਾ ਰੱਖਦਾ। ਇਹੋ ਜਿਹਾ ਮੰਤਰ ਉਹਨਾਂ ਜੋਗੀਆਂ ਨੇ ਸਿੱਧ ਕੀਤੇ ਹੁੰਦੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰੇ ਜੀਵਨ ਦੇ ਵਿੱਚ ਗੁਰਮੁਖਾ ਸੱਪ ਕੀ ਹੈ? ਇਹ ਕਾਮ ਰੂਪੀ ਸੱਪ ਹੈ, ਕ੍ਰੋਧ ਰੂਪੀ ਸੱਪ ਹੈ। ਤੇ ਇਹਨਾਂ ਸੱਪਾਂ ਦਾ ਜ਼ਹਿਰ ਕੀ ਹੈ? ਜਿਹੜੇ ਵਕਾਰ ਨੇ, ਜਿਹੜੇ ਵਕਾਰਾਂ ਦਾ ਸੁੱਖ ਲੈਂਦਾ ਪਿਆ ਨਾ, ਵਿਸ਼ਿਆਂ ਦਾ, ਇਹ ਵਕਾਰਾਂ ਰੂਪੀ ਜਿਹੜੇ ਸੱਪ ਨੇ, ਉਹਨਾਂ ਸੱਪਾਂ ਦੀ ਇਹ ਜ਼ਹਿਰ ਹਨ ਵਿਸ਼ੇ, ਵਕਾਰ ਜਿਹੜੇ ਭੋਗਦਾ ਪਿਆ। ਪਰ ਸਤਿਗੁਰਾਂ ਨੇ ਤੈਨੂੰ ਨਾਮ ਰੂਪੀ ਇਹੋ ਜਿਹਾ ਮੰਤਰ ਦਿੱਤਾ ਹੈ, ਇਹ ਵਕਾਰਾਂ ਰੂਪੀ ਸੱਪ ਵੀ ਪਟਾਰੀ ਵਿੱਚ ਪੈ ਜਾਂਦੇ, ਤੇ ਇਹਨਾਂ ਸੱਪਾਂ ਦਾ ਜ਼ਹਿਰ ਵੀ ਫਿਰ ਗੁਰੂ ਕੇ ਸਿੱਖ ਦਾ ਕੁਝ ਵਿਗਾੜ ਨਹੀਂ ਸਕਦਾ। ਇਹ ਵਕਾਰ, ਇਹ ਵਿਸ਼ੇ ਵੀ ਤੇਰਾ ਕੁਝ ਵਿਗਾੜ ਨਹੀਂ ਸਕਦੇ। ਕਿਉਂ ਨਹੀਂ ਵਿਗਾੜ ਸਕਦੇ? ਕਿਉਂਕਿ ਤੇਰੇ ਕੋਲ ਗੁਰੂ ਦਾ ਮੰਤਰ ਹੈ। ਵਾਹਿਗੁਰੂ ਗੁਰ ਮੰਤਰ ਹੈ। ਜਪ ਹਉਮੈ ਖੋਈ, ਹੰਕਾਰ ਰੂਪੀ ਸੱਪ ਤੇਰਾ ਕੁਝ ਨਹੀਂ ਵਿਗਾੜ ਸਕੇਗਾ, ਕਿਉਂਕਿ ਤੇਰੇ ਕੋਲ ਗੁਰੂ ਦਾ ਮੰਤਰ ਹੈ। ਐਸਾ ਮਹਾਰਾਜ ਨੇ ਬਖਸ਼ਿਸ਼ ਕੀਤਾ। ਤੇ ਮੂਲ ਤੋਂ ਭਾਵ ਹੁੰਦਾ ਗੁਰਮੁਖੋ, ਇਹ ਜਿਹੜੀ ਸਾਡੇ ਮਨ ਵਿੱਚ ਹੰਗਤਾ ਹੈ, ਹੰਕਾਰ, ਮਮਤਾ ਹੈ, ਮੋਹ, ਤੇ ਅਵਿਦਿਆ ਰੂਪੀ ਜਿਹੜੇ ਫੋੜੇ ਫਿਣਸੀਆਂ ਨੇ, ਸਰੀਰ ਤੇ ਫੋੜੇ ਫਿਣਸੀ ਹੋ ਜਾਵੇ ਨਾ, ਤੇ ਅਸੀਂ ਦਵਾਈ ਲੈਂਦੇ ਹਾਂ, ਫੋੜੇ ਫਿਣਸੀਆਂ ਸਾਰੇ ਮਿਟ ਜਾਂਦੇ, ਖਤਮ ਹੋ ਜਾਂਦੇ। ਇਹ ਮੋਹ ਤੇ ਹੰਕਾਰ, ਇਹ ਸਾਰੇ ਫੋੜੇ ਫਿਣਸੀਆਂ ਹੀ ਨੇ ਸਾਡੇ ਵਾਸਤੇ, ਜਿਹੜੇ ਰੁਕਾਵਟਾਂ ਪਾਉਂਦੇ ਨੇ। ਪਰ ਕਹਿਣ ਲੱਗੇ ਸਤਿਗੁਰਾਂ ਨੇ ਐਸਾ ਮੂਲ ਕਹੀਏ ਔਸ਼ਧੀ ਦਿੱਤੀ ਹੈ, ਇਹੋ ਜਿਹੀ ਦਵਾਈ ਦਿੱਤੀ ਹੈ ਵੀ ਇਹ ਵੀ ਵਕਾਰ ਜਿਹੜੇ ਸਨ, ਹੰਗਤਾ, ਮਮਤਾ, ਅਵਿਦਿਆ ਰੂਪੀ ਨੀਂਦ ਜਿਹੜੀ ਹੈ, ਇਹ ਵੀ ਮਹਾਰਾਜ ਨੇ ਖਤਮ ਕਰ ਦਿੱਤੀ। ਮਨ ਕਹੀਏ ਜੋ ਸ਼੍ਰੋਮਣੀ ਪ੍ਰਮਾਤਮਾ ਹੈ, ਜਿਨ੍ਹਾਂ ਨੇ ਉਸ ਪ੍ਰਮਾਤਮਾ ਤੇ ਭਰੋਸਾ ਰੱਖਿਆ, ਇਹ ਦਾਤਾਂ ਉਹਨਾਂ ਨੂੰ ਮਿਲੀਆਂ ਹਨ। ਚਰਨ ਰੇਨ ਬਾਂਛੇ ਨਿਤ ਨਾਨਕ, ਪੁਨਹਿ ਪੁਨਹਿ ਬਲਿਹਾਰਿਆ। ਸਤਿਗੁਰੂ ਕਹਿਣ ਲੱਗੇ ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਦੀ ਰੇਨ ਕਹੀਏ, ਧੂੜੀ ਨੂੰ ਬਾਛਿਆ ਕਹੀਏ, ਮੰਗਿਆ ਹੈ,
ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੀ ਧੂੜੀ ਨੂੰ ਮੰਗਿਆ ਹੈ, ਜਿਨ੍ਹਾਂ ਨੇ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਨੂੰ ਮੰਗਿਆ ਹੈ, ਜਿਨ੍ਹਾਂ ਨੇ ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਨੂੰ ਮੰਗਿਆ ਹੈ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ, ਗਤ ਪਾਹੇ ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਜਿਨ੍ਹਾਂ ਨੇ ਐਸੀ ਸੰਤਾਂ ਦੇ ਚਰਨਾਂ ਦੀ ਧੂੜੀ ਨੂੰ ਮੰਗਿਆ ਹੈ, ਮਹਾਰਾਜ ਕਹਿਣ ਲੱਗੇ ਨਾਨਕ ਪੁਨਹ ਪੁਨਹ ਬਲਿਹਾਰਿਆ। ਉਹਨਾਂ ਗੁਰਮੁਖਾਂ ਤੋਂ ਵਾਰ-ਵਾਰ ਬਲਿਹਾਰ ਜਾਈਏ, ਉਹਨਾਂ ਗੁਰਮੁਖਾਂ ਤੋਂ ਵਾਰ-ਵਾਰ ਕੁਰਬਾਨ ਜਾਈਏ, ਸਦਕੇ ਜਾਈਏ ਪਰਮਾਤਮਾ, ਜਿਨ੍ਹਾਂ ਗੁਰਮੁਖਾਂ ਨੇ ਤੇਰੇ ਨਾਮ ਨੂੰ ਮੰਗਿਆ ਹੈ, ਜਿਨ੍ਹਾਂ ਗੁਰਮੁਖਾਂ ਨੇ ਤੇਰੇ ਸਾਧੂਆਂ ਦੇ ਚਰਨਾਂ ਦੀ ਧੂੜੀ ਨੂੰ ਮੰਗਿਆ ਹੈ, ਉਹਨਾਂ ਗੁਰਮੁਖਾਂ ਤੋਂ ਬਲਿਹਾਰ ਚਲੇ ਜਾਈਏ। ਕਿਉਂਕਿ ਉਹ ਗੁਰਮੁਖਾਂ ਦੇ ਚਰਨਾਂ ਦੀ ਧੂੜੀ ਮਸਤਕ ਦੇ ਮਾੜੇ ਪਾਪਾਂ ਨੂੰ, ਕਰਮਾਂ ਨੂੰ ਨਾਸ ਕਰਨ ਵਾਲੀ ਹੈ ਅਤੇ ਸ਼ੁਭ ਕਰਮਾਂ ਦੇ ਪੈਦਾ ਕਰਨ ਵਾਲੀ ਹੈ। ਤੇ ਫਿਰ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਈਏ ਜਿਹੜੇ ਤੇਰੇ ਸਾਧੂਆਂ, ਗੁਰਸਿੱਖਾਂ, ਗੁਰਮੁਖਾਂ ਦੇ ਚਰਨਾਂ ਦੀ ਧੂੜੀ ਨੂੰ ਮੰਗਦੇ ਪਏ ਨੇ। ਇਹ ਗੁਰੂ ਪਾਤਸ਼ਾਹ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ, ਦਿਓ ਸੱਜਣ ਆਸੀਸੜੀਆਂ, ਜੋ ਹੋਵੈ ਸਾਹਿਬ ਸਿਓ ਮੇਲ। ਔਖਦ ਮੰਤਰ ਮੂਲ ਮਨ ਏਕੈ, ਮਨ ਵਿਸ਼ਵਾਸ ਪ੍ਰਭ ਧਾਰਿਆ, ਚਰਨ ਰੇਨ ਬਾਂਛੇ ਨਿਤ ਨਾਨਕ, ਪੁਨਹ ਪੁਨਹ ਬਲਿਹਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਇਕੱਤਰ ਸਾਧ ਸੰਗਤ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਮੌਸਮ ਦੇ ਹਿਸਾਬ ਦੇ ਨਾਲ ਆਪਾਂ ਸਮੇਂ ਦੇ ਵਿੱਚ ਤਬਦੀਲੀ ਕਰਦੇ ਹਾਂ। ਸਵੇਰ ਦੇ ਔਰ ਸ਼ਾਮ ਦੇ ਸਮੇਂ ਦੇ ਵਿੱਚ ਕੁਝ ਤਬਦੀਲੀ ਕੀਤੀ ਗਈ ਹੈ 15 ਮਿੰਟ ਦੀ।